ਸਰਕਾਰ ਨੇ ਪ੍ਰਸ਼ਾਸਨ ਨੇ ਜਿਹੜਾ ਲੋਕਾਂ ਨੂੰ ਡਰਾਉਣ ਧਮਕਾਉਣ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਸੀਗੀਆਂ 100 ਦੇ ਲਗਭਗ FIR ਦਰਜ ਕੀਤੀਆਂ ਸੀਗੀਆਂ। ਅਸਲਾ ਲਾਇਸੈਂਸ ਜਿਹੜੇ ਉਹ ਰੱਦ ਕੀਤੇ ਗਏ। ਲੋਕਾਂ ਨੂੰ ਮੋਰਚੇ ਤੇ ਆਉਣ ਤੋਂ ਰੋਕਣ ਦੇ ਲਈ ਅਨੇਕਾਂ ਜਿਹੜੇ ਨਾਕੇ ਵਗੈਰਾ ਬਣਾਏ ਗਏ ਸੀਗੇ। ਕੀ ਵਜ੍ਹਾ ਹੈਗੀ ਹੈ ਡਾਕਟਰ ਸਾਹਿਬ ਇਸ ਮਾਮਲੇ ਤੇ ਕਿਸਾਨਾਂ ਨੂੰ ਪਿਛਲੇ 6 ਮਹੀਨਿਆਂ ਤੋਂ ਲੜਨਾ ਪੈ ਰਿਹਾ? ਲੋਕਤੰਤਰ ਹੈ, ਅਸੀਂ ਡੈਮੋਕ੍ਰੇਸੀ 'ਚ ਰਹਿੰਦੇ ਹਾਂ। ਹਰ ਬੰਦੇ ਨੂੰ, ਹਰ ਬਸ਼ਿੰਦੇ ਨੂੰ ਹੱਕ ਹੈ ਕਿ ਉਹ ਆਪਣਾ ਜਿਹੜਾ ਹੈਗਾ ਉਹਦੀ ਬੋਲਣ ਦਾ ਅਧਿਕਾਰ ਔਰ ਉਹਦੀ ਆਜ਼ਾਦੀ ਹੈ। ਇਹ ਸਰਕਾਰ ਦੀ ਆਹ ਸੰਵੇਦਨਸ਼ੀਲਤਾ ਲੱਗਦੀ ਹੈ ਕਿ 6 ਮਹੀਨੇ ਦੌਰਾਨ ਇਸ ਮਸਲੇ ਨੂੰ ਨਹੀਂ ਲਟਕਾਇਆ ਜਾ ਰਿਹਾ, ਨਹੀਂ ਹੱਲ ਕੀਤਾ ਜਾ ਸਕਿਆ। ਕੋਈ ਵੀ ਮੁੱਦਾ ਜਿਹੜਾ ਹੈਗਾ ਸਰਕਾਰ ਔਰ ਲੋਕਾਂ ਦੀ ਭਾਗੀਦਾਰੀ ਤੋਂ ਬਿਨਾਂ ਹੱਲ ਨਹੀਂ ਹੁੰਦਾ। ਸਰਕਾਰ ਵੀ ਅੱਗੇ ਆ ਰਹੀ ਹੈ। ਚੱਲਦੇ ਮੋਰਚੇ ਦੇ ਦੌਰਾਨ 6 ਮੌਤਾਂ ਜਿਹੜੀਆਂ ਸਾਡੇ 2 ਜ਼ਿਆਦਾ ਪ੍ਰਭਾਵਿਤ ਪਿੰਡ ਨੇ ਉੱਥੇ ਹੋ ਚੁੱਕੀਆਂ ਨੇ। ਕੀ ਇਹਦੇ ਉੱਪਰ ਕੋਈ ਸਰਕਾਰ ਇਹਦੇ ਮਾਲਕ ਦੇ ਉੱਪਰ ਐਕਸ਼ਨ ਲਊਗੀ? ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਕਿਸਾਨਾਂ ਨੂੰ ਜਿਹੜਾ ਹੈਗਾ ਕੁੱਟਿਆ ਜਾ ਰਿਹਾ ਹੈ। ਪ੍ਰਦੂਸ਼ਣ ਮੁੱਦੇ ਦੀ ਗੱਲ ਨਹੀਂ ਹੋ ਰਹੀ। ਕੀ ਜੀਰਾ ਫੈਕਟਰੀ ਚਾਲੂ ਕਰਨ ਨਾਲ ਸੂਬੇ 'ਚ ਨਿਵੇਸ਼ ਆ ਜਾਊਗਾ? ਨਹੀਂ ਆਊਗਾ ਸਿੱਧੂ ਸਾਹਿਬ। ਸਾਡਾ 2.5 ਲੱਖ ਨਿਵੇਸ਼ ਯੂਪੀ 'ਚ ਚਲਾ ਗਿਆ। ਪੰਜਾਬ ਦੇ ਸਾਡੇ ਜਿਹੜੇ ਇੰਡਸਟਰੀਲਿਸਟ ਹੈ ਉਹ ਯੂਪੀ 'ਚ ਚਲੇ ਗਏ, ਹਿਮਾਚਲ 'ਚ ਚਲੇ ਗਏ। ਜਿਸ ਤਰ੍ਹਾਂ ਦਾ ਅਸੀਂ ਖਰੜਾ ਦਿੱਤਾ ਸੀ ਉਹ ਆਲਰੇਡੀ ਬਿੱਲ ਪਹਿਲਾਂ ਤੋਂ ਚੱਲੀ ਜਾਂਦੇ ਸੀ ਪੰਜਾਬ 'ਚ, ਉਹਦਾ ਦੂਜੇ ਦੇਸ਼ ਨੂੰ ਇਫੈਕਟ ਕਰਨਾ ਸੀ। ਸ਼ਰੇਆਮ ਇਹਨਾਂ ਨੇ ਝੂਠ ਬੋਲ ਕੇ ਇਹਨਾਂ ਨੇ ਲਾਹਾ ਲੈਣਾ ਸੀ ਇਹਨਾਂ ਨੇ ਕਿਸਾਨਾਂ ਦਾ। ਹੁਣ ਅੱਜ ਕਹਿੰਦੇ ਕਿਸਾਨ ਅੜੀ ਫੜੀ ਬੈਠੇ ਆ ਕਿ ਕਾਲੇ ਕਾਨੂੰਨ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਰੱਦ ਕਰਵਾਏ ਸੀਗੇ ਉਹ ਕੋਈ ਕੋਆਪਰੇਟਿਵ ਖੇਤੀ ਵਾਲੇ ਨਹੀਂ ਸੀਗੇ। ਉਹ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਅਡਾਨੀਆਂ ਬਾਨੀਆਂ ਨੂੰ ਇਸ ਲਈ ਬਣਾਏ ਗਏ ਸੀਗੇ। ਲੋਕਾਂ ਨੇ ਬਹੁਤ ਭਰੋਸਾ ਕੀਤਾ, ਬੜੀ ਉਮੀਦ ਕੀਤੀ। ਉਹ ਭਰੋਸਾ ਹੌਲੀ ਹੌਲੀ ਤਿੜਕ ਰਿਹਾ। ਉਹਨੂੰ ਰੋਕਣਾ ਕਿਵੇਂ ਆ? ਕਮੇਟੀਆਂ ਬਣ ਚੁੱਕੀਆਂ ਨੇ। ਜਿਉਂ ਹੀ ਕਮੇਟੀਆਂ ਦੇ ਰਿਜ਼ਲਟ ਆਉਣਗੇ ਨਾਲ ਦੀ ਨਾਲ ਆਪਾਂ ਉਹਨਾਂ ਰਿਜ਼ਲਟ ਨੂੰ ਜਿਹੜਾ ਹੈਗਾ ਵਾਚਾਂਗੇ। ਜਿਹੜਾ ਵੀ ਕੋਈ ਗੈਰ ਕਾਨੂੰਨੀ ਕੰਮ ਹੋਏਗਾ ਜਾਂ ਜਿਹਦੇ ਉੱਤੇ ਕੋਈ ਵੱਡਾ ਜੁਰਮਾਨਾ ਕਰਨਾ ਹੋਏਗਾ ਉਹ ਜੁਰਮਾਨਾ ਲਾਇਆ ਜਾਏਗਾ। ਇਹ ਐਵੇਂ ਨਹੀਂ ਫੈਕਟਰੀ ਇੰਨਾ ਜਿਹੜਾ ਹੈਗਾ ਇੰਨਾ ਕੁਝ ਹੋਇਆ। ਇਹ ਫੰਡ ਹੈ, ਘਟਾਲੇ ਹੈ, ਸ਼ਰਾਬ ਘੁਟਾਲਾ ਹੈ, ਉਹ ਸਾਰਾ ਕੁਝ ਹੈ ਇਹਦੇ ਵਿੱਚ। ਉਹਦੀ ਜਾਂਚ ਹੋਣੀ ਚਾਹੀਦੀ ਹੈ। ਇਹਨਾਂ ਨੇ ਤਾਂ ਆਉਂਦੇ ਹੀ ਲੱਭੀ 'ਚ ਕਿਸਾਨ ਕੁੱਟੇ, ਸੰਗਰੂਰ 'ਚ ਮਜ਼ਦੂਰ ਕੁੱਟੇ। ਇਹਨਾਂ ਨੇ ਤਾਂ ਕੁੱਟ-ਕੁੱਟ ਲਾਤੀ, ਮਤਲਬ ਥਈ ਪੱਟਤੀ ਇਹਨਾਂ ਦਾ। ਜਿਹੜੇ ਲੋਕੀ ਮਰ ਗਏ ਜੀ ਇੰਨੇ, ਉਹਨਾਂ ਦਾ ਜ਼ਿੰਮੇਵਾਰ ਕੌਣ ਆ? ਚਾਹੀਦਾ ਤਾਂ ਇਹ ਹੈ ਵੀ ਕਤਲ ਦਾ ਪਰਚਾ ਜਿਹੜਾ ਇਹਦਾ ਮਾਲਕ ਆ ਉਹਦੇ ਤੇ ਦੇ ਕੇ ਉਹਨੂੰ ਅੰਦਰ ਕਰਨਾ ਚਾਹੀਦਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੂਰੀ ਮਾਲਵਾ ਬੈਲਟ ਇਸ ਵੇਲੇ ਕੈਂਸਰ ਦੀ ਜਿਹੜੀ ਹੈਗੀ ਹੈ ਉਹਦੇ ਵਿੱਚ ਗੰਜੇ ਵਿੱਚ ਫਸ ਚੁੱਕੀ ਹੈ। ਰਾਜ ਸਭਾ ਮੈਂਬਰ ਹੈ, ਤੁਹਾਡੇ ਸਪੀਕਰ ਸਾਹਿਬ ਹੈ, ਸਾਰੇ ਬੰਦਿਆਂ ਨੇ ਲੋਕਾਂ 'ਚ ਜਾ ਕਹੀਆਂ। ਅੱਜ ਕਿੱਥੇ ਆ ਉਹ? ਅੱਜ ਕਿਸਾਨਾਂ ਨਾਲ ਕਿਉਂ ਨਹੀਂ ਖੜਦੇ? ਅੱਜ ਪੂੰਜੀਪਤੀ ਨਾਲ ਕਿਉਂ ਖੜੇ ਹੈ? ਬਲਬੀਰ ਸਿੰਘ ਸੀਚੇਵਾਲ ਹੁਣਾਂ ਨੂੰ, MP ਸਾਹਿਬ ਨੂੰ, ਉਹਨਾਂ ਦੇ ਹੁੰਦਿਆਂ ਹੋਇਆਂ ਜਿਹੜੇ ਕੋ ਇੰਨੇ ਸਾਰੀ ਦੁਨੀਆ 'ਚ ਪ੍ਰਸਿੱਧ ਹੈ ਕਿ ਵਾਤਾਵਰਨ ਪ੍ਰੇਮੀ ਆ, ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਪਹਿਲੇ ਦਿਨ ਹੀ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਕੇ ਤੇ ਤੁਹਾਨੂੰ ਰਲ ਕੇ ਉਹਨਾਂ ਦੇ ਵਿਰੁੱਧ ਜਿਹੜਾ ਮਲਹੋਤਰਾ ਫੈਕਟਰੀ ਆ ਉਹ ਤਹਿਕੀਕਾਤ ਕਰਨੀ ਚਾਹੀਦੀ ਸੀ। ਜਿਹੜਾ 15 ਸਾਲਾਂ ਦੇ ਵਿੱਚ ਨੁਕਸਾਨ ਇਲਾਕੇ ਦਾ ਜਿਹੜਾ ਕਰਤਾ, ਲੋਕ ਮਾਰਤੇ, ਪਸ਼ੂ ਮਾਰਤੇ, ਉਹ ਮਤਲਬ ਕਿ ਜਿਹੜੀ ਉਹਦੀ ਸਜ਼ਾ ਬਣਦੀ ਆ ਉਹਦੇ ਹਿਸਾਬ ਦੇ ਨਾਲ ਤਾਂ ਇਹ ਫੈਕਟਰੀ ਇਕੱਲੀ ਬੰਦ ਕੀਤਿਆਂ ਵੀ ਨਹੀਂ ਸਰਨਾ, ਇਹਨੂੰ ਨਿਲਾਮ ਕਰਨਾ ਪਊਗਾ ਲੋਕਾਂ ਦੀ ਭਰਪਾਈ ਭਰਨ ਵਾਸਤੇ। 40 ਪੰਚਾਇਤਾਂ ਦੇ ਜਿਹੜੇ ਮਤੇ ਆ ਉਹ ਫੈਕਟਰੀ ਦੇ ਖਿਲਾਫ ਪਏ ਹੋਏ ਆ। ਜਦੋਂ ਇਲਾਕੇ ਦੇ ਲੋਕ ਨਹੀਂ ਕਹਿੰਦੇ ਕਿ ਸਾਡੀ ਫੈਕਟਰੀ ਇੱਥੇ ਰਹਿਣੀ ਚਾਹੀਦੀ ਹੈ ਤੇ ਫਿਰ ਸਰਕਾਰ ਕਾਹਤੋਂ ਕਹਿੰਦੀ ਹੈ ਵੀ ਇੱਥੇ ਰਹਿਣੀ ਚਾਹੀਦੀ ਆ? ਸ਼ਰਤਾਂ ਲਾ ਕੇ ਕਿ ਅਸੀਂ ਤਾਂ ਇੱਥੋਂ ਬਸ ਸਿਰਫ ਜੇ ਤੁਸੀਂ ਪਹਿਲਾਂ ਬੰਦ ਕਰਾਓ ਫਿਰ ਅਸੀਂ ਗੱਲ ਕਰਾਂਗੇ, ਇਹ ਜਿਹੜੀ ਹੈਗੀ ਆ ਕਦੇ ਵੀ ਨਹੀਂ। ਇਹ ਕੋਈ ਵੀ ਮਸਲਾ ਜਿਹੜਾ ਹੁੰਦਾ ਹੈ ਉਹ ਡਾਇਲੌਗ ਦੇ ਰਾਹੀਂ ਹੀ ਹੁੰਦਾ ਹੈ। ਥੈਂਕ ਯੂ ਹੁੰਦਾ ਹੈ। 4-5 ਮਹੀਨੇ ਤਾਂ ਇਹ ਗੁਜਰਾਤ ਤੇ ਹਿਮਾਚਲ ਦੇ ਵਿੱਚ ਰਹੇ, ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਥੇ ਕੋਈ ਮੋਰਚਾ ਲੱਗਾ ਹੈਗਾ। ਕੋਈ ਵੀ ਜਿਹੜੀ ਕੇਜਰੀਵਾਲ ਜੀ ਦੀ ਇੰਟਰਫੀਅਰੈਂਸ ਕਹਿ ਰਹੇ ਨੇ ਧਾਲੀਵਾਲ ਸਾਹਿਬ, ਉਹ ਨਹੀਂ ਹੋਏਗੀ, ਬਿਲਕੁਲ ਵੀ ਨਹੀਂ। ਇੰਡੀਪੈਂਡੈਂਟਲੀ ਫੈਸਲਾ ਹੋਏਗਾ। ਇਲਾਕੇ ਦੇ ਲੋਕਾਂ ਦਾ, NRI ਭਰਾਵਾਂ ਦਾ, ਤੇ ਜਿੱਥੋਂ ਤੱਕ ਵੀ ਪੰਜਾਬ ਦਰਦੀ ਲੋਕ ਜਿਹੜੇ ਮਤਲਬ ਪੰਜਾਬ ਦੀ ਹੋਣ ਦੀ ਫਿਕਰ ਕਰਦੇ ਨੇ, ਉੱਥੋਂ ਤੱਕ ਦਾ ਸੰਯੋਗ, ਹਰੇਕ ਤਰ੍ਹਾਂ ਦਾ ਸੰਯੋਗ ਜਿਹੜਾ ਉਹ ਮਿਲ ਰਿਹਾ ਹੈਗਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਦਾ ਮੌਸਮ, ਧੁੰਦ ਤੇ ਕੜਾਕੇ ਦੀ ਸਰਦੀ,
ਜ਼ੀਰਾ ਮੋਰਚੇ 'ਚ ਕਿਸਾਨਾਂ ਵੱਲੋਂ ਅੱਜ ਪੰਜਾਬ ਭਰ ਦੇ ਜਿਹੜਾ ਸੁਨੇਹਾ ਦਿੱਤਾ ਜਾ ਰਿਹਾ ਹੈ 2 ਦਿਨ ਲਈ ਕੇਵਲ ਇਸ ਲਈ ਰੋਸ ਪ੍ਰਗਟਾਵੇ ਕੀਤੇ ਜਾ ਰਹੇ ਹੈ ਕਿ ਧਰਤੀ ਹੇਠਲਾ ਜਿਹੜਾ ਪਾਣੀ ਜ਼ਹਿਰੀਲਾ ਹੋ ਰਿਹਾ, ਜ਼ਹਿਰੀਲਾ ਮਾਦਾ ਜਿਹੜਾ ਧਰਤੀ ਸੁੱਟਿਆ ਜਾ ਰਿਹਾ ਹੈ, ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਇਸ ਪਵਿੱਤਰ ਪਾਣੀ ਨੂੰ। ਮੈਂ ਹੋਰ ਕੁਝ ਕਹਿਣ ਤੋਂ ਪਹਿਲਾਂ ਮਹਿਮਾਨਾਂ ਨਾਲ ਜਾਣ ਪਛਾਣ ਕਰਾਵਾਂਗਾ, ਪਰ ਇਹ ਗੱਲ ਮੈਂ ਜ਼ਰੂਰ ਕਹਾਂਗਾ, ਇਹ ਆਪਣੇ ਆਪ 'ਚ ਇੱਕ ਇਤਿਹਾਸ ਸਿਰਜਿਆ ਜਾ ਰਿਹਾ ਹੈ। ਕਿਸਾਨ ਬਹੁਤ ਸਾਰੇ ਮੁੱਦਿਆਂ 'ਤੇ ਲੜਾਈ ਲੜਦੇ ਹੈ, ਚਰਚਾ ਵੀ ਹੁੰਦੀ ਹੈ, ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਨਿਸ਼ਾਨਾ ਵੀ ਬਣਦੇ ਹੈ। ਸ਼ਾਇਦ ਮੁਲਕ ਦੇ ਅੰਦਰ ਇਹ ਪਹਿਲਾ ਮੌਕਾ ਹੋਏਗਾ ਕਿ ਪੰਜਾਬ ਦੇ ਕਿਸਾਨ ਪ੍ਰਦੂਸ਼ਣ ਦੇ ਮੁੱਦੇ 'ਤੇ ਲੜਾਈ ਲੜ ਰਹੇ ਹੈ, ਚਾਹੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਗੱਲ ਹੋਵੇ, ਚਾਹੇ ਵਾਤਾਵਰਨ ਬਚਾਉਣ ਦੀ ਗੱਲ ਹੋਵੇ। ਇਹਨਾਂ ਮੁੱਦਿਆਂ 'ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ 'ਤੇ ਸਾਡੇ ਨਾਲ ਜਿਹੜੇ ਮਹਿਮਾਨ ਇਸ ਵੇਲੇ ਜੁੜ ਚੁੱਕੇ ਹੈ, ਡਾਕਟਰ ਭੀਮਿੰਦਰ ਜੀ ਨੇ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਸੰਦੀਪ ਸਿੰਘ ਢਿੱਲੋਂ ਨੇ, ਜ਼ੀਰਾ ਤੋਂ ਜੁੜੇ ਆ ਸਾਡੇ ਨਾਲ, ਮੋਰਚੇ ਨਾਲ ਜੁੜੇ ਹੋਏ ਕਿਸਾਨ ਆਗੂ ਨੇ, ਕੁਲਦੀਪ ਸਿੰਘ ਧਾਲੀਵਾਲ ਨੇ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸਾਡੇ ਨਾਲ। ਇੰਝ ਇੱਕ ਹੋਰ ਕਿਸਾਨ ਆਗੂ ਵੀ ਜੁੜਨ ਵਾਲੇ, ਆਪਾਂ ਉਹਨਾਂ ਦੀ ਜਾਣ ਪਛਾਣ ਕਰਾਵਾਂਗੇ। ਜਿਹੜੇ ਮਹਿਮਾਨ ਸਾਡੇ ਨਾਲ ਆ ਚੁੱਕੇ ਹੈ ਉਹਨਾਂ ਨੂੰ ਮੈਂ ਤੁਹਾਡੇ ਵੱਲੋਂ ਜੀ ਆਖਦਾ, ਵੈਲਕਮ ਕਰਦਾ ਹਾਂ। ਸੰਦੀਪ ਜੀ, ਪਹਿਲਾ ਸਵਾਲ, ਜਿੱਦਾਂ ਆਪਾਂ ਹਮੇਸ਼ਾ ਪਹਿਲਾਂ ਵੀ ਇਸ ਤਰੀਕੇ ਨਾਲ ਹੀ ਇੱਕ ਡਿਬੇਟ ਦੀ, ਬਹਿਸ ਦੀ ਸ਼ੁਰੂਆਤ ਕਰਦੇ ਹਾਂ, ਤੁਹਾਡੇ ਤੋਂ ਲੈਂਦੇ ਹਾਂ। 2 ਦਿਨ ਦਾ ਜਿਹੜਾ ਕਿਸਾਨ ਅੰਦੋਲਨ ਸਿਰਫ ਇਸ ਦੇ ਲਈ ਵੱਖ-ਵੱਖ ਥਾਵਾਂ 'ਤੇ ਜ਼ਿਲ੍ਹਿਆਂ 'ਚ ਜ਼ਿਲ੍ਹਾ ਪੱਧਰ 'ਤੇ ਪ੍ਰੋਟੈਸਟ ਵਿਖਾਵੇ ਕੀਤੇ ਜਾ ਰਹੇ ਹੈ, ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਲੜਾਈ ਪ੍ਰਦੂਸ਼ਣ ਦੇ ਮੁੱਦੇ 'ਤੇ ਲੜ ਰਿਹਾ ਕਿਸਾਨ, ਜਿੱਦਾਂ ਮੈਂ ਕਿਹਾ, ਸ਼ਾਇਦ ਇਹ ਪਹਿਲਾ ਮੌਕਾ ਹੈ ਇਸ ਤਰ੍ਹਾਂ ਦੀ ਲੜਾਈ ਲੜਨ ਦਾ ਕਿਸਾਨਾਂ ਵੱਲੋਂ। 164 ਦਿਨ ਹੋ ਗਏ ਨੇ ਸਰ ਇਹ ਮੋਰਚਾ ਸਟਾਰਟ ਹੋਏ ਨੂੰ, 24 ਜੁਲਾਈ ਤੋਂ ਜਦੋਂ ਇਹ ਮੋਰਚਾ ਸਟਾਰਟ ਹੋਇਆ ਸੀਗਾ। ਤੇ ਪਹਿਲਾਂ ਜਿਹੜੇ 3-4 ਮਹੀਨੇ ਸੀ ਸਰਕਾਰ ਨੇ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਸੋ ਹੁਣ ਵੀ ਜਿਹੜਾ ਪਿਛਲੀ 18-19 ਦਸੰਬਰ ਤੋਂ ਸਰਕਾਰ ਨੇ, ਪ੍ਰਸ਼ਾਸਨ ਨੇ ਜਿਹੜਾ ਲੋਕਾਂ ਨੂੰ ਡਰਾਉਣ ਧਮਕਾਉਣ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਸੀਗੀਆਂ, 100 ਦੇ ਲਗਭਗ FIR ਦਰਜ ਕੀਤੀਆਂ ਸੀਗੀਆਂ। ਅਸਲਾ ਲਾਇਸੈਂਸ ਜਿਹੜੇ ਉਹ ਰੱਦ ਕੀਤੇ ਗਏ, ਲੋਕਾਂ ਨੂੰ ਮੋਰਚੇ ਤੇ ਆਉਣ ਤੋਂ ਰੋਕਣ ਦੇ ਲਈ ਅਨੇਕਾਂ ਜਿਹੜੇ ਨਾਕੇ ਵਗੈਰਾ ਬਣਾਏ ਗਏ ਸੀਗੇ। ਸੋ ਉਸ ਤੋਂ ਬਾਅਦ ਜਾਂਚ ਦੀਆਂ ਕੁਝ ਗੱਲਾਂ ਚੱਲੀਆਂ, ਪਰ ਜਾਂਚ ਵੀ ਇੱਕ ਤਰ੍ਹਾਂ ਦੀ ਖਾਨਾ ਪੂਰਤੀ ਜਿਹੜੀ ਉਹ ਮਤਲਬ ਪੂਰੀ ਕੀਤੀ ਜਾ ਰਹੀ ਸੀਗੀ। ਸੋ ਉਸੇ ਦੇ ਸਬੰਧ ਦੇ ਵਿੱਚ ਹੀ 3 ਤੇ 4 ਜਨਵਰੀ ਨੂੰ ਜਿਹੜਾ ਮੋਰਚੇ ਵੱਲੋਂ ਪ੍ਰੋਗਰਾਮ ਦਿੱਤੇ ਗਏ ਸੀਗੇ, ਪੰਜਾਬ ਸਰਕਾਰ ਦੇ ਜਿਹੜੇ ਆਰਥੀ ਫੂਕ ਮੁਜ਼ਾਹਰੇ ਪੰਜਾਬ ਦੇ ਵੱਖ-ਵੱਖ ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਵਿੱਚ ਜਿਹੜੇ ਕੀਤੇ ਜਾਣਗੇ, ਤੇ ਕਾਲੀਆਂ ਝੰਡੀਆਂ ਆਪਦੇ ਵਾਹਨਾਂ ਦੇ ਉੱਤੇ, ਘਰਾਂ ਦੇ ਉੱਤੇ, ਬਿਜ਼ਨਸ ਤੇ ਆਪਣੇ ਮਤਲਬ ਜਿੱਥੇ ਵੀ ਕਾਲੀ ਪੱਟੀ ਬੰਨ੍ਹ ਕੇ ਲੋਕ ਜਿਹੜੇ ਪ੍ਰਦਰਸ਼ਨ ਕਰਨਗੇ। ਸੋ ਬਹੁਤ ਵਧੀਆ ਹੰਗਾਰਾ ਜਿਹੜਾ ਮੋਰਚੇ ਨੂੰ ਮਿਲਿਆ। ਸਾਨੂੰ ਵੱਖ-ਵੱਖ ਥਾਵਾਂ ਤੋਂ ਜਿਹੜੀਆਂ ਵੀਡੀਓ ਫੋਟੋਆਂ ਜਿਹੜੀਆਂ ਪਹੁੰਚ ਰਹੀਆਂ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਜਿਹੜਾ ਰੋਸ ਪ੍ਰਦਰਸ਼ਨ ਸਰਕਾਰ ਦੇ ਵਿਰੁੱਧ ਹੋਇਆ ਹੈਗਾ ਜੀ। ਤੇ ਇਦਾਂ ਹੀ ਕੱਲ ਨੂੰ ਵੀ ਰੋਸ ਪ੍ਰਦਰਸ਼ਨ ਦਾ ਜਿਹੜਾ ਦਿਨ ਹੈਗਾ, ਔਰ ਕੁਝ ਲੋਕੀ ਜਿਹੜੇ ਅੱਜ ਨਹੀਂ ਕਰ ਪਾਏਗੇ ਟਾਈਮ ਦੇ ਅਕੋਰਡਿੰਗ, ਉਹ ਕੱਲ ਨੂੰ ਇਹ ਚੀਜ਼ ਨੂੰ ਲਾਗੂ ਕਰਨਗੇ। ਸੰਦੀਪ, ਇੱਕ ਸਵਾਲ ਮੈਂ ਆਪਣੇ ਦਰਸ਼ਕਾਂ ਲਈ ਲੈਣਾ ਚਾਹਾਂਗਾ, ਬਾਕੀ ਮਹਿਮਾਨਾਂ ਤੋਂ ਵੀ ਆਪਾਂ ਸਵਾਲ ਜ਼ਰੂਰ ਲੈ ਰਹੇ ਹਾਂ। ਉਹ ਇਹ ਹੈ ਕਿ ਜਿੱਦਾਂ ਦੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਕੜਾਕੇ ਦੀ ਸਰਦੀ ਹੈ, ਧੁੰਦ ਹੈ, ਇਹੋ ਜਿਹੇ ਮੌਸਮ 'ਚ ਮੋਰਚੇ ਨੂੰ ਚਲਾਉਣਾ ਕੋਈ ਬਹੁਤ ਵੱਡੀ ਚੁਣੌਤੀ ਹੈ। ਕਿਵੇਂ ਦੇਖਦੇ ਹੋ ਕਿ ਜਿਹੜਾ ਕਿਸਾਨਾਂ ਦਾ, ਆਮ ਪਿੰਡਾਂ ਦਾ, ਲੋਕਾਂ ਦਾ, ਕਿਉਂਕਿ ਪ੍ਰਦੂਸ਼ਣ ਦਾ ਮਾਮਲਾ ਕੇਵਲ ਕਿਸਾਨੀ ਨਾਲ ਨਹੀਂ ਜੁੜਿਆ, ਸਗੋਂ ਸਮੁੱਚੇ ਭਾਈਚਾਰੇ ਨਾਲ ਕਹਿ ਲਈਏ ਹਰ ਜਿਹੜਾ ਵਰਗ ਨਾਲ ਜੁੜਿਆ ਵਾ, ਕਿੰਨਾ ਕੁ ਵੱਡਾ ਹੰਗਾਰਾ ਮਿਲ ਰਿਹਾ ਤੁਹਾਡੇ ਮੋਰਚੇ ਨੂੰ? ਬਿਲਕੁਲ ਸਰ, ਪਾਣੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਮੁੱਢਲੀ ਲੋੜ ਆ ਜਿਉਣ ਵਾਸਤੇ ਪਾਣੀ ਜਿਹੜਾ ਉਹ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਹੈਗਾ। ਪਹਿਲਾਂ ਜਿਹੜਾ ਇਲਾਕੇ ਨੇ ਇਹ ਸ਼ੁਰੂ ਕੀਤਾ ਸੀਗਾ ਮੋਰਚਾ, ਤੇ ਹੁਣ ਜਦੋਂ ਇਹ ਸਰਕਾਰ ਨੇ ਜਿਹੜਾ ਮਤਲਬ ਲੋਕਾਂ ਦੇ ਉੱਪਰ ਪਰਚੇ ਵਗੈਰਾ ਦਰਜ ਕਰਦੇ, ਉਸ ਤੋਂ ਬਾਅਦ ਇਹ ਮੋਰਚਾ ਜਿਹੜਾ ਸੰਸਾਰ ਦੇ ਵਿੱਚ ਜਿੱਥੋਂ ਤੱਕ ਪੰਜਾਬੀ ਵਸਦੇ ਸੀ ਉੱਥੋਂ ਤੱਕ ਹੋ ਗਿਆ। ਇਲਾਕੇ ਦੇ ਲੋਕਾਂ ਦਾ, NRI ਭਰਾਵਾਂ ਦਾ, ਤੇ ਜਿੱਥੋਂ ਤੱਕ ਵੀ ਪੰਜਾਬ ਦਰਦੀ ਲੋਕ ਜਿਹੜੇ ਮਤਲਬ ਪੰਜਾਬ ਦੀ ਹੋਣ ਦੀ ਫਿਕਰ ਕਰਦੇ ਨੇ, ਉੱਥੋਂ ਤੱਕ ਦਾ ਸੰਯੋਗ, ਹਰੇਕ ਤਰ੍ਹਾਂ ਦਾ ਸੰਯੋਗ ਜਿਹੜਾ ਉਹ ਮਿਲ ਰਿਹਾ ਹੈਗਾ। ਚਲੋ ਇਹ ਤਾਂ ਜ਼ਰੂਰ ਹੈਗਾ ਕਿ ਪਹਿਲਾਂ ਜਦੋਂ ਮੋਰਚਾ ਸਟਾਰਟ ਹੋਇਆ ਸੀ ਤਾਂ ਅੰਤ ਦੀ ਗਰਮੀ ਇੱਥੇ ਲੋਕਾਂ ਨੇ ਨਿਗਾਈ, ਮੱਛਰ ਦੇ ਵਿੱਚ ਰਾਤਾਂ ਜਿਹੜੀਆਂ ਉਹ ਕੱਟੀਆਂ, ਹਨੇਰੀਆਂ ਬਾਰਿਸ਼ਾਂ ਦੇ ਵਿੱਚ ਕਈ ਵਾਰੀ ਸਾਡੇ ਟੈਂਟ ਜਿਹੜੇ ਉੱਡ ਜਾਂਦੇ ਸੀਗੇ। ਤੇ ਉਸ ਤੋਂ ਬਾਅਦ ਫਿਰ ਉਹਨੂੰ ਦੁਬਾਰਾ ਮਤਲਬ ਨਿਰੰਤਰ ਇਦਾਂ ਹੀ ਮੋਰਚਾ ਰੱਖਿਆ। ਤੇ ਹੁਣ ਕੜਾਕੇ ਦੀ ਜਿਹੜੀ ਠੰਡ ਪੈ ਰਹੀ ਹੈਗੀ ਆ, ਜੇ ਆਪਾਂ ਰਜਾਈ ਤੋਂ ਹੱਥ ਵੀ ਬਾਹਰ ਕੱਢੀਏ ਤਾਂ ਆਪਣਾ ਹੱਥ ਜਿਹੜਾ ਉਹ ਸੁੰਨ ਹੋ ਜਾਂਦਾ ਹੈਗਾ। ਪਰ ਉਸ ਦੇ ਬਾਵਜੂਦ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ, ਹਰਿਆਣੇ, UP ਤੋਂ ਵੀ ਲੋਕ ਜਿਹੜੇ ਆ ਇੱਥੇ
ਮਤਲਬ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਹੁੰਚ ਰਹੇ ਹੈਗੇ ਆ। ਬਿਲਕੁਲ ਚੁਣੌਤੀਪੂਰਨ ਤਾਂ ਹੁੰਦਾ ਹੀ ਆ, ਔਖਾ ਤਾਂ ਕੋਈ ਵੀ ਕੰਮ ਜਿਹੜਾ ਕਾਰਜ ਔਖਾ ਹੁੰਦਾ ਹੀ ਆ, ਪਰ ਜਿਹੜੇ ਪੰਜਾਬੀ ਨੇ ਉਹ ਮਤਲਬ ਹਿੱਕ ਡਾ ਕੇ ਲੜਨ ਦੀ ਜਿਹੜੀ ਉਹਨਾਂ ਨੂੰ ਮਤਲਬ ਗੁੜਤੀ ਮਿਲੀ ਹੋਈ ਹੈ ਪਹਿਲੇ ਦਿਨ ਤੋਂ। ਸੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਕਿ ਲੰਗਰਾਂ ਵਗੈਰਾ ਪ੍ਰਸ਼ਾਦਿਆਂ ਦਾ ਹਰੇਕ ਤਰ੍ਹਾਂ ਦਾ ਸਹਿਯੋਗ ਜਿਹੜਾ ਇੱਥੇ ਹਰੇਕ ਲੋਕਾਂ ਵੱਲੋਂ ਮਿਲ ਰਿਹਾ ਹੈਗਾ ਜੀ। ਡਾਕਟਰ ਭੀਮੇਂਦਰ, ਇਸ ਮੁੱਦੇ ਤੇ ਮੈਂ ਸਵਾਲ ਤੁਹਾਡੇ ਕੋਲੋਂ ਲਵਾਂਗਾ। ਸੰਦੀਪ ਨੇ ਜਿਹੜੀ ਗੱਲ ਕਹੀ ਹੈ, ਇੱਕ ਪੰਜਾਬੀ ਦਾ ਲਫ਼ਜ਼ ਹੈ, ਤੁਹਾਨੂੰ ਵੀ ਪ੍ਰੋਫੈਸਰ ਦੇ ਤੌਰ ਤੇ ਬੜਾ ਚੰਗਾ ਲੱਗੇਗਾ ਜੇ ਆਪਾਂ ਲਫ਼ਜ਼ ਦੀ ਗੱਲ ਕਰਦੇ ਹਾਂ ਕਿ ਹਿੱਕ ਡਾ ਕੇ ਉਹਨਾਂ ਨੇ ਕਿਹਾ ਕਿ ਅਸੀਂ ਲੜਾਈ ਲੜ ਰਹੇ ਹਾਂ। ਲੜਾਈ ਪ੍ਰਦੂਸ਼ਣ ਦੇ ਮੁੱਦੇ 'ਤੇ ਕਹਿੰਦੇ ਪਿਛਲੇ 6 ਮਹੀਨਿਆਂ ਤੋਂ ਅਸੀਂ ਇਸ ਮੁੱਦੇ 'ਤੇ ਲੜਾਈ ਲੜ ਰਹੇ ਹਾਂ ਅਤੇ ਹੁਣ 2 ਦਿਨ ਦਾ ਸੱਦਾ ਰੋਸ ਵਿਖਾਵਿਆਂ ਦਾ ਦਿੱਤਾ ਗਿਆ। ਕੀ ਵਜ੍ਹਾ ਹੈਗੀ ਹੈ ਡਾਕਟਰ ਸਾਹਿਬ ਕਿ ਇਸ ਮਾਮਲੇ 'ਤੇ ਕਿਸਾਨਾਂ ਨੂੰ ਪਿਛਲੇ 6 ਮਹੀਨਿਆਂ ਤੋਂ ਲੜਨਾ ਪੈ ਰਿਹਾ? ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਕੋਈ ਮੈਂ ਨਹੀਂ ਕਹਿੰਦਾ ਵੀ ਲੜਨਾ ਨਹੀਂ ਚਾਹੀਦਾ, ਕਿਉਂਕਿ ਲੋਕਤੰਤਰ ਹੈ, ਅਸੀਂ ਡੈਮੋਕ੍ਰੇਸੀ 'ਚ ਰਹਿੰਦੇ ਹਾਂ। ਹਰ ਬੰਦੇ ਨੂੰ, ਹਰ ਬਸ਼ਿੰਦੇ ਨੂੰ ਹੱਕ ਹੈ ਕਿ ਉਹ ਆਪਣਾ ਜਿਹੜਾ ਹੈਗਾ ਉਹਦੀ ਬੋਲਣ ਦਾ ਅਧਿਕਾਰ ਔਰ ਉਹਦੀ ਆਜ਼ਾਦੀ ਹੈ ਇਹ। ਇਸ ਕਰਕੇ ਕਿਸਾਨਾਂ ਨੂੰ ਇਸ ਗੱਲ ਦੀ ਖੁੱਲ੍ਹ ਹੈ ਇਸ ਲੋਕਤੰਤਰ ਦੇ ਵਿੱਚ, ਜਿਹੜਾ ਇੰਡੀਅਨ ਭਾਰਤੀ ਲੋਕਤੰਤਰ ਹੈ। ਤਾਂ ਇਸ ਕਰਕੇ ਕੋਈ ਇਹ ਨਵੀਂ ਗੱਲ ਨਹੀਂ ਹੈ। ਪਿਛਲੇ ਲੰਬੇ ਸਮੇਂ ਤੋਂ ਆਪਾਂ ਸਾਰਿਆਂ ਨੇ ਦੇਖਿਆ ਹੈ ਕਿ ਬੀਜੇਪੀ ਦੇ ਖਿਲਾਫ ਜੋ ਕਾਲੇ ਕਾਨੂੰਨਾਂ ਦੇ ਖਿਲਾਫ ਮੋਰਚਾ ਲੱਗਿਆ ਸੀਗਾ, ਉਹਦੇ ਵਿੱਚ ਵੀ ਪੰਜਾਬ ਦੇ ਕਿਸਾਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀਗਾ। ਹੁਣ ਜਿਹੜੀ ਜਿੱਥੋਂ ਤੱਕ ਜ਼ੀਰਾ ਮੋਰਚੇ ਦਾ ਸੰਬੰਧ ਹੈ, ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਅਸੀਂ ਜਾਂ ਕੋਈ ਵੀ ਸਟੇਟ ਪੂਰੀ ਦੁਨੀਆ ਦੇ ਵਿੱਚ ਜੇਕਰ ਉਹ ਆਪਣੇ ਮੁਲਕ ਦੇ ਵਿੱਚੋਂ, ਆਪਣੀ ਸਟੇਟ ਦੇ ਵਿੱਚੋਂ ਜਾਂ ਆਪਣੇ ਡਿਸਟ੍ਰਿਕਟ ਦੇ ਵਿੱਚੋਂ ਕੋਈ ਫੈਕਟਰੀ ਨੂੰ, ਕਿਸੇ ਵੀ ਕੋਈ ਵੀ ਤਰ੍ਹਾਂ ਦੀ ਫੈਕਟਰੀ ਹੈ ਜਿੱਥੋਂ ਸਾਨੂੰ ਨੌਕਰੀਆਂ ਮਿਲਦੀਆਂ ਨੇ, ਜੇਕਰ ਅਸੀਂ ਉਹਨੂੰ ਬਾਹਰ ਪਹੁੰਚਾਵਾਂਗੇ ਜਾਂ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਮੁਲਕ ਦੀ ਜਾਂ ਉਸ ਸਟੇਟ ਦੀ ਇਕਨੋਮੀ ਜਿਹੜੀ ਹੈਗੀ ਹੈ ਉਹ ਪ੍ਰੋਪਰ ਕੰਮ ਨਹੀਂ ਕਰੇਗੀ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੇਰੁਜ਼ਗਾਰ ਹੋ ਜਾਣਗੇ। ਅਸੀਂ ਸਾਰੇ ਜਾਣਦੇ ਹਾਂ। ਪਰ ਜਿੱਥੋਂ ਤੱਕ ਆਪਾਂ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਕਿ ਇਹ ਤਾਂ ਗੱਲ ਠੀਕ ਹੈ ਕਿ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ, ਪਰ ਪ੍ਰਦੂਸ਼ਣ ਦੀ ਗੱਲ ਇਸ ਵੇਲੇ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਇਹ ਬਹੁਤ ਗੰਭੀਰ ਮੁੱਦਾ ਹੈ। ਇਹ ਕੋਈ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਜਾਂ ਇੱਕ ਖਿੱਤੇ ਦਾ ਮੁੱਦਾ ਨਹੀਂ ਹੈ, ਇਹ ਪੂਰੀ ਦੁਨੀਆ ਦਾ ਮੁੱਦਾ। ਗਲੋਬਲ ਵਾਰਮਿੰਗ ਜਿਸ ਤਰ੍ਹਾਂ ਦੀ ਹੋ ਰਹੀ ਹੈ, ਜਿਸ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਨੇ, ਪਾਣੀ ਜਿਹੜਾ ਸਾਡਾ ਖਤਮ ਹੋ ਰਿਹਾ ਹੈ, ਹਵਾ ਪ੍ਰਦੂਸ਼ਣ ਜਿਹੜੀ ਹੈਗੀ ਹੋ ਰਹੀ ਹੈ, ਧਰਤੀ, ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੂਰੀ ਮਾਲਵਾ ਬੈਲਟ ਇਸ ਵੇਲੇ ਕੈਂਸਰ ਦੀ ਜਿਹੜੀ ਹੈਗੀ ਹੈ ਉਹਦੇ ਵਿੱਚ ਸ਼ਿਕੰਜੇ ਵਿੱਚ ਫਸ ਚੁੱਕੀ ਹੈ। ਸੋ ਇਸ ਕਰਕੇ ਜੇ ਆਪਾਂ ਖੇਤੀਬਾੜੀ ਨੂੰ, ਇਹਦਾ ਮਤਲਬ ਹੈ ਅਸੀਂ ਖੇਤੀਬਾੜੀ ਵੀ ਹੌਲੀ ਹੌਲੀ ਬੰਦ ਕਰਾਂਗੇ। ਅਸੀਂ ਮਤਲਬ ਪਿਛਲੇ ਦਿਨਾਂ ਦੇ ਵਿੱਚ ਪਰਾਲੀ ਸਾੜੀ ਗਈ ਹੈ ਤਾਂ ਸਾਨੂੰ ਪਰਾਲੀ ਦੇ ਉੱਤੇ ਵੀ ਸੈਂਸਿਟਿਵ ਹੋਣਾ ਪਏਗਾ ਫਿਰ ਤਾਂ ਕਿਸਾਨਾਂ ਨੂੰ, ਕਿ ਕਿਸਾਨ ਜਿਹੜੇ ਨੇ ਉਹ ਲੋਕ ਜਿਹੜੇ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਤੰਗ ਉਹਨਾਂ ਦਿਨਾਂ ਦੇ ਵਿੱਚ ਹੋ ਜਾਂਦੇ ਨੇ ਪਰਾਲੀ ਸਾੜਨ ਨੂੰ ਦੇ ਜਦੋਂ ਦੌਰ ਚੱਲਦਾ ਹੈ। ਸੋ ਇਸ ਕਰਕੇ ਸਾਨੂੰ ਸੈਂਸਿਟਿਵ ਵੀ ਹੋਣਾ ਚਾਹੀਦਾ ਹੈ। ਪਰ ਕੋਈ ਮੁੱਦਾ, ਸਿੱਧੂ ਸਾਹਿਬ, ਜਿਹੜੀ ਮੈਂ ਗੱਲ ਇੱਥੇ ਕਹਿਣੀ ਚਾਹੁੰਦਾ ਕਿ ਕੋਈ ਵੀ ਮੁੱਦਾ ਜਿਹੜਾ ਹੈਗਾ ਸਰਕਾਰ ਔਰ ਲੋਕਾਂ ਦੀ ਭਾਗੀਦਾਰੀ ਤੋਂ ਬਿਨਾਂ ਹੱਲ ਨਹੀਂ ਹੁੰਦਾ। ਸਰਕਾਰ ਵੀ ਅੱਗੇ ਆ ਰਹੀ ਹੈ ਔਰ ਸਰਕਾਰ ਵੀ ਪੂਰੀ ਤਨਦੇਹੀ ਦੇ ਨਾਲ, ਪੂਰੀ ਸੰਜੀਦਗੀ ਦੇ ਨਾਲ ਇਸ ਮੁੱਦੇ ਦੇ ਉੱਤੇ ਗੰਭੀਰਤਾ ਦੇ ਨਾਲ ਗੱਲਬਾਤ ਕਰ ਰਹੀ ਹੈ। ਇੱਕ ਸਵਾਲ ਜਿਹੜਾ ਹੈਗਾ ਡਾਕਟਰ ਸਾਹਿਬ, ਸੌਰੀ ਤੁਹਾਨੂੰ ਵਿੱਚੋਂ ਟੋਕਣ ਲੱਗਿਆ, ਇੱਕ ਸਵਾਲ ਜਿਹੜਾ ਦੇਖੋ, ਜਿੱਦਾਂ ਸੰਦੀਪ ਉਹਨਾਂ ਨੇ ਕਹੀ ਹੈ ਗੱਲ ਕਿ ਪਿਛਲੇ 6 ਮਹੀਨੇ ਤੋਂ ਕਿਸਾਨ ਅੰਦੋਲਨ ਚੱਲ ਰਿਹਾ, ਲੜਾਈ ਲੜ ਰਿਹਾ ਹੈ, ਮਾਮਲਾ ਹੈਗਾ ਕਿ ਧਰਤੀ ਹੇਠਲਾ ਪਾਣੀ ਕਿਸ ਕਦਰ ਜ਼ਹਿਰੀਲਾ ਹੋ ਰਿਹਾ ਹੈ। ਇਹ ਕਾਫੀ ਲੰਬਾ ਵਕਫਾ ਹੈ 6 ਮਹੀਨੇ ਦਾ। ਇਹਦੇ ਨਾਲ ਕਿਤੇ ਇਹ ਨਹੀਂ ਲੱਗਦਾ ਕਿ ਸਰਕਾਰ ਦੀ ਆਹ ਸੰਵੇਦਨਸ਼ੀਲਤਾ ਲੱਗਦੀ ਹੈ ਕਿ 6 ਮਹੀਨੇ ਦੌਰਾਨ ਇਸ ਮਸਲੇ ਨੂੰ ਨਹੀਂ ਲਟਕਾਇਆ ਜਾ ਰਿਹਾ, ਨਹੀਂ ਹੱਲ ਕੀਤਾ ਜਾ ਸਕਿਆ? ਸਿੱਧੂ ਸਾਹਿਬ, ਹੱਲ ਹੁੰਦਾ ਹੈ, ਹੱਲ ਦੀ ਗੱਲ ਹੱਲ ਦੀ ਨਹੀਂ ਹੈ। ਜਿਹੜੀ ਇੱਕ ਅੜੀ ਫੜੀ ਹੋਈ ਹੈ ਕਿ ਅਸੀਂ ਫੈਕਟਰੀ ਬੰਦ ਕਰਾਉਣੀ ਹੈ। ਦੇਖੋ, ਜਦੋਂ ਵੀ ਕੋਈ ਵੀ ਇਨਵੈਸਟਰ ਹੈ, ਕੋਈ ਵੀ, ਜਿਵੇਂ ਹੁਣ ਮੰਨ ਲਓ ਕਿਸਾਨ ਹੈ, ਕਿਸਾਨ ਦੀ ਜ਼ਮੀਨ ਹੈ ਔਰ ਕਿਸਾਨ ਉਹਦੇ ਤੇ ਵਾਹੁੰਦਾ ਹੈ ਔਰ ਉਹਦੇ ਤੋਂ ਅੰਨ ਪੈਦਾ ਕਰਦਾ ਹੈ, ਜੀਰੀ ਝੋਨਾ ਪੈਦਾ ਕਰਦਾ ਹੈ, ਕਣਕ ਪੈਦਾ ਕਰਦਾ ਹੈ। ਜੇ ਆਪਾਂ ਉਹਨੂੰ ਕਹਿ ਦਾਂਗੇ ਕਿਉਂਕਿ ਤੁਸੀਂ ਜਿਹੜੇ ਅੱਗ ਲਾਉਨੇ ਹੋ ਜਾਂ ਇੱਥੇ ਜਿਹੜੀ ਹੈਗੀ ਹੈ ਪੈਸਟੀਸਾਈਡ ਦੀ ਵਰਤੋਂ ਕਰਦੇ ਹੋ, ਇਸ ਲਈ ਤੁਸੀਂ ਖੇਤੀਬਾੜੀ ਨਾ ਕਰੋ, ਜੇ ਆਪਾਂ ਇਦਾਂ ਦੀ ਗੱਲ ਕਰਾਂਗੇ ਤਾਂ ਲਾਜ਼ਮੀ ਤੌਰ ਤੇ ਕਿਸਾਨਾਂ ਦੇ ਵਿੱਚ ਇੱਕ ਵੱਖਰਾ ਮੈਸੇਜ ਆਏਗਾ। ਸੋ ਇਸੇ ਤਰ੍ਹਾਂ ਹੀ ਜੇਕਰ ਅਸੀਂ ਕੋਈ ਕਰੋੜਾਂ ਰੁਪਇਆ ਆਪਣੀ ਇਨਵੈਸਟਮੈਂਟ ਕਰਦਾ ਹੈ ਤਾਂ ਉਸ ਨੂੰ ਤੁਸੀਂ ਗੱਲਬਾਤ ਦੇ ਰਾਹੀਂ ਜਿਹੜਾ ਹੈਗਾ ਉਹਦਾ ਸੋਲੂਸ਼ਨ ਹੋ ਸਕਦਾ ਹੈ।
ਸੋ ਗੱਲਬਾਤ ਲਈ ਕਿਸਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਸਰਕਾਰ ਹਮੇਸ਼ਾ ਹੀ ਸੰਜੀਦਗੀ ਦੇ ਨਾਲ, ਭਗਵੰਤ ਮਾਨ ਜੀ ਬਾਰ-ਬਾਰ ਕਹਿ ਚੁੱਕੇ ਨੇ ਕਿ ਅਸੀਂ ਪਵਨ, ਪਾਣੀ ਤੇ ਸਾਰਾ ਕੁਝ ਅਸੀਂ ਧਰਤੀ ਨੂੰ ਬਚਾਉਣਾ ਚਾਹੁੰਦੇ ਹਾਂ। ਸੋ ਇਸ ਕਰਕੇ ਸਰਕਾਰ ਦੇ ਪੱਧਰ ਦੇ ਉੱਤੇ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ। ਸਰਕਾਰ ਬਹੁਤ ਸੰਜੀਦਗੀ ਦੇ ਨਾਲ ਆਣਾ ਦੁਆਰਾ ਤੁਹਾਡੇ ਵੱਲ ਬਿਲਕੁਲ ਡਾਕਟਰ ਸਾਹਿਬ ਸਰਕਾਰ ਦੇ ਯਤਨਾਂ ਤੇ ਆਪਾਂ ਆਉਣੇ ਆ। ਸੰਦੀਪ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸੰਖੇਪ ਦੇ ਵਿੱਚ, ਕਿਉਂਕਿ ਧਾਲੀਵਾਲ ਸਾਹਿਬ ਤੋਂ ਵੀ ਮੈਂ ਕਮੈਂਟਸ ਲੈਣੇ ਆ ਜੀ। ਸੰਦੀਪ ਜੀ। ਮੈਂ ਸਤਿਕਾਰਯੋਗ ਡਾਕਟਰ ਸਾਹਿਬ ਨੂੰ ਇਹ ਗੱਲ ਦੱਸਣੀ ਚਾਹਾਂਗਾ, ਜਿੱਦਾਂ ਤੁਸੀਂ ਪਰਾਲੀ ਦੀ ਗੱਲ ਕੀਤੀ ਜਾਂ ਤੁਸੀਂ ਆਮ ਹੀ ਕਿਸਾਨਾਂ ਦੇ ਉੱਤੇ ਲਾਉਣੇ ਹੋ ਦੋਸ਼ ਕਿ ਝੋਨੇ ਦੇ ਵਿੱਚ ਪਾਣੀ ਜਿਹੜਾ ਬਹੁਤ ਵਰਤਿਆ ਜਾਂਦਾ। ਤੁਸੀਂ ਸਾਰੇ ਦੇ ਫੈਕਟਰੀ ਦੇ ਅੰਕੜੇ ਕੱਢ ਕੇ ਦੇਖ ਲਓ ਕਿ 3 ਲੱਖ ਜਿਹੜਾ ਇਥਨੋਲ ਬਣਾਉਂਦੇ ਨੇ ਤੇ 9 ਲੱਖ ਲੀਟਰ ਰੋਜ਼ ਦਾ ਪਾਣੀ ਇਹ ਧਰਤੀ ਦੇ ਵਿੱਚੋਂ ਕੱਢਦੇ ਨੇ। ਤੇ ਜਿਹੜੀ ਪਰਾਲੀ ਕਿਸਾਨ ਜਿਹੜੇ ਜਲਾਉਂਦੇ ਨੇ, ਜੇ ਤੁਸੀਂ ਮੰਨ ਲਓ ਉਸ ਚੀਜ਼ ਨੂੰ ਲੈ ਵੀ ਲਈਏ, ਹਾਲਾਂਕਿ ਬਹੁਤ ਘੱਟ ਪਰਾਲੀ ਇਸ ਵਾਰ ਜਿਹੜੀ ਕਿਸਾਨਾਂ ਨੇ ਜਲਾਈ ਹੈਗੀ ਆ, ਪਰ ਉਹ 15 ਦਿਨ ਹੁੰਦੇ ਨੇ। ਤੇ ਜਿਹੜੀਆਂ ਇਹੋ ਜਿਹੀਆਂ ਫੈਕਟਰੀਆਂ ਨੇ ਜਾਂ ਜਿਹੜੇ ਹੋਰ ਬਹੁਤ ਅਨੇਕਾਂ ਤਰ੍ਹਾਂ ਦੇ ਜਿਹੜੇ ਪ੍ਰਦੂਸ਼ਣ ਧੂਏ ਦੇ ਨਾਲ ਹੁੰਦੇ ਨੇ, ਉਹ ਸਾਰਾ ਸਾਲ ਹੁੰਦੇ ਨੇ। ਤੇ ਜੇ ਤੁਸੀਂ ਇਹ ਗੱਲ ਕਰੋਗੇ ਕਿ ਸਰਕਾਰ ਤੁਹਾਡੀ ਬਣੀ ਨੂੰ 1 ਸਾਲ ਹੋ ਗਿਆ, ਜੋ ਪਿਛਲੀਆਂ ਸਰਕਾਰਾਂ ਦੀ ਆਪਾਂ ਗੱਲ ਕਰਾਂਗੇ, ਤੇ ਇਦਾਂ ਹੀ ਜਿਹੜੇ 4 ਸਾਲ ਆ ਉਹ ਵੀ ਤੁਹਾਡੇ ਇਦਾਂ ਹੀ ਲੰਘ ਜਾਣਗੇ। ਸਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਫੈਕਟਰੀ ਦਾ ਮਸਲਾ ਹੈਗਾ, ਅਨੇਕਾਂ ਜਿਹੜੇ ਲੋਕ ਆ ਇੱਥੇ, ਸਰ ਮੇਰੀ ਗੱਲ ਪੂਰੀ ਹੋ ਲੈਣ ਦਿਓ ਜੀ, ਮੈਨੂੰ ਬੇਨਤੀ ਹੈ ਤੁਹਾਨੂੰ, ਕਿ ਜਿਹੜੇ ਲੱਖਾਂ ਲੋਕੀ ਇੱਥੇ ਸੌਰੀ 1000 ਲੋਕੀ ਜਿਹੜੇ ਮਰ ਚੁੱਕੇ ਨੇ ਚੱਲਦੇ ਮੋਰਚੇ ਦੇ ਦੌਰਾਨ। 6 ਮੌਤਾਂ ਜਿਹੜੀਆਂ ਸਾਡੇ 2 ਜ਼ਿਆਦਾ ਪ੍ਰਭਾਵਿਤ ਪਿੰਡ ਨੇ ਉੱਥੇ ਹੋ ਚੁੱਕੀਆਂ ਨੇ। ਕੀ ਇਹਦੇ ਉੱਪਰ ਕੋਈ ਸਰਕਾਰ ਇਹਦੇ ਮਾਲਕ ਦੇ ਉੱਪਰ ਐਕਸ਼ਨ ਲਊਗੀ? ਮਾਨਯੋਗ ਸੀਐਮ ਸਾਹਿਬ ਨੇ ਜਿਹੜੀ ਜਾਂਚ ਦੇ ਆਦੇਸ਼ ਦਿੱਤੇ ਸੀ, ਉਸ ਦੇ ਬਾਵਜੂਦ 2 ਨੰਬਰ ਗੇਟ ਦੇ ਉੱਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਮੋਟਰਾਂ ਵਗੈਰਾ ਸਬੂਤ ਮਿਟਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹਦੇ ਉੱਪਰ ਕੋਈ ਪਰਚਾ ਨਹੀਂ ਦਰਜ ਕੀਤਾ ਜਾਂਦਾ। ਕੱਲ ਫਿਰ ਅਸੀਂ 9 ਬੰਦੇ ਇਹਨਾਂ ਦੇ ਫੜ ਲੈਂਦੇ ਆ ਕਿ ਜਦੋਂ ਫੈਕਟਰੀ ਅਜੇ ਜਾਂਚ ਦੇ ਅਧੀਨ ਹੈਗੀ ਹੈ ਤਾਂ ਉਸ ਦੇ ਬਾਵਜੂਦ ਜਿਹੜੇ ਅੰਦਰ ਬੰਦੇ ਵੜ ਕੇ ਸਬੂਤ ਮਿਟਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। 8 ਕਿੱਲਿਆਂ ਦੇ ਵਿੱਚ ਜਿਹੜੀ ਰਾਖ ਪਈ ਆ ਉਹ ਉੱਡ ਕੇ ਲੋਕਾਂ ਦੀਆਂ ਫਸਲਾਂ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੀ ਹੈ। ਕੀ ਤੁਸੀਂ ਉਹ ਤੇ ਐਕਸ਼ਨ ਲਓਗੇ ਕਿ ਤੁਸੀਂ ਇੱਕ ਘਰਾਣੇ ਨੂੰ ਮਲੋਤਰੇ ਨੂੰ ਬਚਾਉਣ ਦਾ? ਡਾਕਟਰ ਸਾਹਿਬ ਮੇਰੀ ਬੇਨਤੀ ਹੈ, ਮੈਂ ਇਕੱਠੇ ਹੀ ਜਵਾਬ ਦੇ ਦਿਓ। ਆਪਾਂ ਧਾਲੀਵਾਲ ਸਾਹਿਬ ਤੋਂ ਵੀ ਇਸ ਮੁੱਦੇ ਤੇ ਜਵਾਬ ਲੈ ਲਈਏ, ਉਹਨਾਂ ਦਾ ਵੀ ਸਵਾਲ ਹੋਏਗਾ, ਉਸ ਮੁੱਦੇ ਤੇ ਆਪਾਂ ਗੱਲ ਕਰਦੇ ਹਾਂ। ਕੁਲਦੀਪ ਧਾਲੀਵਾਲ, ਜਿਸ ਤਰੀਕੇ ਨਾਲ ਜਿਹੜਾ ਹੈਗਾ ਆਪ ਵੱਲੋਂ ਕਿਹਾ ਗਿਆ ਕਿ ਅਸੀਂ ਤਾਂ ਸੰਵੇਦਨਸ਼ੀਲ ਹਾਂ, ਇਸ ਮੁੱਦੇ ਦਾ ਹੱਲ ਚਾਹੁੰਦੇ ਹਾਂ, ਪਰ ਕਿਸਾਨਾਂ ਵੱਲੋਂ ਵੀ ਜਿਹੜੀ ਅਪਰੋਚ ਅਪਣਾਈ ਗਈ ਆ ਉਹ ਰਸਤਾ ਠੀਕ ਨਹੀਂ ਹੈ, ਕਿਉਂਕਿ ਫੈਕਟਰੀਆਂ ਤੇ ਕਾਰੋਬਾਰ ਵੀ ਚੱਲਣੇ ਚਾਹੀਦੇ ਹੈ। ਇਹ ਨਹੀਂ ਕਿ ਇਸ ਤਰ੍ਹਾਂ ਦੀ ਅੜੀ ਨਹੀਂ ਫੜਨੀ ਚਾਹੀਦੀ। ਇਹ ਰਵੱਈਆ ਹੈਗਾ ਕਿਸਾਨਾਂ ਦੇ ਮੱਦੇਨਜ਼ਰ ਜੋ ਸਰਕਾਰ ਜਿਸ ਤਰੀਕੇ ਨਾਲ ਸੋਚ ਰਹੀ ਹੈ। ਮੈਂ ਸਿੱਧੂ ਸਾਹਿਬ, ਇੱਥੇ ਬਹੁਤ ਵਧੀਆ ਗੱਲ ਹੈ ਕਿ ਅੱਜ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਬੁਲਾਰੇ ਜਿਹੜੇ ਆਏ ਆ ਸਤਿਕਾਰਯੋਗ, ਉਹ ਬੁੱਧੀਜੀਵੀ ਸੈੱਲ ਤੋਂ ਆਏ ਆ ਜੀ। ਮੇਰੀ ਬੇਨਤੀ ਪ੍ਰਵਾਨ ਕਰਕੇ ਆਏ ਆ, ਮੈਂ ਤੁਹਾਡੇ ਧਿਆਨ 'ਚ ਲਿਆ ਦਿਆਂ। ਹਾਂ, ਤੋਂ ਬਹੁਤ ਅੱਛੀ ਗੱਲ ਹੈ। ਤੇ ਅੱਜ ਆਪਾਂ, ਕਿਉਂਕਿ ਜੇ ਇੱਥੋਂ ਪਤਾ ਲੱਗਦਾ ਕਿ ਪਾਰਟੀ ਦਾ ਬੁੱਧੀਜੀਵੀ ਸੈੱਲ ਜੋ ਸੋਚਦਾ ਹੈ ਤਾਂ ਉਹਦੇ ਮੁਤਾਬਕ ਪਾਰਟੀ ਚੱਲਦੀ ਹੈ। ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਸ ਪਲੇਟਫਾਰਮ ਤੇ ਆਏ। ਤੁਹਾਡੇ ਦਰਸ਼ਕਾਂ ਨੂੰ ਸੌਖਾ ਹੋਏਗਾ ਮੇਰੀ ਗੱਲ ਸਮਝਣਾ। ਹੁਣ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ, ਕਿਸਾਨ ਜਿਹੜੇ ਬਿੱਲ ਕਹਿੰਦੇ ਆ ਜੀ ਖੇਤੀ ਮਾਰੂ ਬਿੱਲ ਹੈ, ਮੇਰੇ ਨਾਲ ਅੱਜ ਕਿਤੇ ਵੀ ਬੈਠ ਜਾਣ, ਅੱਜ ਸਾਰੇ ਪੰਜਾਬ ਦੇ ਕਿਸਾਨ ਚਾਹੁੰਦੇ ਆ ਕਿ ਯਾਰ ਅਸੀਂ FPO ਬਣਾਈਏ, ਅਸੀਂ ਕੋਆਪਰੇਟਿਵ ਫਾਰਮਿੰਗ ਕਰੀਏ। ਸਾਨੂੰ ਉਹਨਾਂ ਬਿੱਲਾਂ ਦੀ ਬਹੁਤ ਜ਼ਿਆਦਾ ਜ਼ਰੂਰਤ, ਔਰ ਇਕੱਲੀ ਜ਼ਰੂਰਤ ਨਹੀਂ, ਪੰਜਾਬ 'ਚ ਮੌਜੂਦ ਹੈ। ਜਿਸ ਤਰ੍ਹਾਂ ਦਾ ਅਸੀਂ ਖਰੜਾ ਦਿੱਤਾ ਸੀ, ਉਹ ਆਲਰੇਡੀ ਬਿੱਲ ਪਹਿਲਾਂ ਤੋਂ ਚੱਲੀ ਜਾਂਦੇ ਸੀ ਪੰਜਾਬ 'ਚ, ਉਹਦਾ ਦੂਜੇ ਦੇਸ਼ ਨੂੰ ਇਫੈਕਟ ਕਰਨਾ ਸੀ। ਸ਼ਰੇਆਮ ਇਹਨਾਂ ਨੇ ਝੂਠ ਬੋਲ ਕੇ ਇਹਨਾਂ ਨੇ ਲਾਹਾ ਲੈਣਾ ਸੀ ਇਹਨਾਂ ਨੇ ਕਿਸਾਨਾਂ ਦਾ। ਹੁਣ ਅੱਜ ਕਹਿੰਦੇ ਕਿਸਾਨ ਅੜੀ ਫੜੀ ਬੈਠੇ ਆ। ਹੁਣ ਅੜੀ, ਮੈਂ ਇੱਕ ਆਪਣੇ ਪੰਜਾਬ ਦੇ ਕਿਸਾਨ ਦੀ ਗੱਲ ਦੱਸਦਾ। ਦੇਖੋ, ਪੰਜਾਬ ਦਾ ਕਿਸਾਨ ਸਾਡਾ ਬਿਲਕੁਲ ਸੱਚਾ, ਸੁੱਚਾ ਤੇ ਸਿੱਧੇ ਇਨਸਾਨ ਹੈ। ਤੁਸੀਂ ਜਿਸ ਤਰ੍ਹਾਂ ਦਾ ਉਹਨਾਂ ਨੂੰ ਚੀਜ਼ ਦੇ ਦਿਓਗੇ ਤੇ ਜੋ ਉਹਨਾਂ ਨਾਲ ਕਮਿਟ ਕਰ ਲਿਓਗੇ, ਉਹ ਉਹਦੇ ਤੇ ਅੜ ਜਾਣਾ ਉਹਨਾਂ ਨੇ। ਉਹ ਸਹੀ ਗਲਤ ਬਾਅਦ ਦੇ ਵਿੱਚ ਵਿਚਾਰ ਕਰਦੇ। ਹੁਣ ਅੱਜ ਪ੍ਰਦੂਸ਼ਣ ਦੇ ਮੁੱਦੇ ਤੇ ਫੈਕਟਰੀ ਦੀ ਗੱਲ ਹੈ। ਇੱਕ ਪਾਸੇ ਪ੍ਰਦੂਸ਼ਣ ਹੈ, ਪਾਣੀ ਪ੍ਰਦੂਸ਼ਣ। ਆਮ ਆਦਮੀ ਪਾਰਟੀ ਔਰ ਸਤਿਕਾਰਯੋਗ ਸਪੀਕਰ ਸਾਹਿਬ, ਇੱਥੋਂ ਦੇ ਇਹਨਾਂ ਦੀਆਂ NGOs ਦਾ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਮੇਰੇ ਮਿੱਤਰ ਆ, ਸਾਰੇ ਜਾਣਦੇ ਹੀ ਹੋਣਗੇ, ਬੁੱਧੀਜੀਵੀ ਸੈੱਲ ਦੇ ਸਾਡੇ ਪ੍ਰਵਕਤਾ ਸਾਥੀ, ਉਹ ਸਾਰੇ ਇੱਕ ਇਹਨਾਂ ਦੇ ਸਤਿਕਾਰਯੋਗ MP ਸਾਹਿਬ, ਇਹ ਇਕੱਠੇ ਹੋ ਕੇ ਪ੍ਰਦੂਸ਼ਣ ਦੇ ਮੁੱਦੇ ਤੇ ਇਹਨਾਂ ਨੇ ਸ਼ਹਿਰ ਲੋਕਾਂ ਨਾਲ ਗੱਲ ਕੀਤੀ ਸੀ। ਤੇ ਮੈਂ ਵੀ ਭਾਜਪਾ ਵੱਲੋਂ ਕੋਟਕਪੂਰੇ ਉੱਥੇ ਮੈਂ ਗਿਆ ਸੀ ਜਿੱਥੇ ਇਹਨਾਂ ਦੇ MP ਸਾਹਿਬ ਆਏ ਸੀ। ਉਹ ਕਹਿੰਦੇ ਜੇ ਪ੍ਰਦੂਸ਼ਣ ਦੇ ਮੁੱਦੇ ਤੇ ਜਿਹੜੀ ਸਰਕਾਰ ਨੇ ਸਾਡੀ ਗੱਲ ਨਾ ਸੁਣੀ, ਆਪਾਂ ਨੂੰ ਵੋਟ ਨਹੀਂ ਪਾਉਣੀ। ਆਮ ਆਦਮੀ ਪਾਰਟੀ ਵੱਲੋਂ ਜਿਹੜੇ ਅੱਜ ਸਪੀਕਰ ਸਾਹਿਬ ਆ ਉਹ ਸੀਗੇ, ਕਾਂਗਰਸ ਦੇ ਵੀ ਬੰਦੇ ਸੀਗੇ ਤੇ ਮੈਂ ਵੀ ਸੀਗਾ। ਹੁਣ ਉੱਥੇ ਉਹ ਕਹਿੰਦੇ ਸੀ ਕਿ ਆਪਾਂ ਪ੍ਰਦੂਸ਼ਣ ਦਾ ਪਹਿਲਾਂ ਰੱਖਣਾ ਮੁੱਦਾ,
ਹੁਣ ਅੱਜ ਜਦੋਂ ਸਰਕਾਰ 'ਚ ਖੁਦ MP ਹੈ, ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਕਿਸਾਨਾਂ ਨੂੰ ਜਿਹੜਾ ਹੈਗਾ ਕੁੱਟਿਆ ਜਾ ਰਿਹਾ ਹੈ, ਪ੍ਰਦੂਸ਼ਣ ਮੁੱਦੇ ਦੀ ਗੱਲ ਨਹੀਂ ਹੋ ਰਹੀ। ਤਾਂ ਇਹ ਸਾਰੀਆਂ ਚੀਜ਼ਾਂ ਹੁਣ ਦੂਜੀ ਗੱਲ ਆ ਗਈ ਫੈਕਟਰੀਆਂ ਲਾਉਣ ਦੀ। ਹੁਣ ਮੈਂ ਦੋਵਾਂ ਗੱਲਾਂ ਦਾ ਹੀ ਗੱਲ ਕਰਨੀ ਚਾਹੂੰਗਾ। ਹੁਣ ਫੈਕਟਰੀਆਂ ਦੀ ਜਿੱਥੋਂ ਤੱਕ ਗੱਲ ਹੈ, ਉਹਦੀ ਕੋਈ ਪਾਲਿਸੀ ਹੈ ਨਹੀਂ ਪੰਜਾਬ ਕੋਲੇ ਸਿੱਧੂ ਸਾਹਿਬ। ਉਹ ਕੱਲੇ ਕਿਸਾਨਾਂ ਨੇ ਜੀਰਾ ਫੈਕਟਰੀ ਮੂਹਰੇ ਧਰਨਾ ਲਾਈ ਬੈਠੇ। ਸਾਡਾ ਇਹਦੇ ਨਾਲ ਮਸਲਾ ਹੱਲ ਨਹੀਂ ਹੋਣਾ। ਇਹਨਾਂ ਨੂੰ ਤਾਂ ਭਰਾਵਾਂ ਨੂੰ ਆਪਾਂ ਸਮਝਾ ਦਾਂਗੇ, ਭਾਈ ਤੁਹਾਡਾ ਅਸੀਂ ਮਸਲਾ ਹੱਲ ਕਰਦੇ ਆਂ, ਅਸੀਂ ਪੋਲਿਊਸ਼ਨ ਘੱਟ ਕਰਾਂਗੇ, ਅਸੀਂ ਇੱਥੇ ਬੰਦੇ ਪਾ ਦਿੰਨੇ ਆ, ਪਾਣੀ ਨਹੀਂ ਪ੍ਰਦੂਸ਼ਣ ਕਰਕੇ ਜਾਣ ਦੇਵਾਂਗੇ। ਜੋ ਇਹਨਾਂ ਦੀਆਂ ਮੰਗਾਂ ਉਹ ਮੰਨ ਲਈਆਂ ਜਾ ਸਕਦੀਆਂ। ਪਰ ਕੀ ਜੀਰਾ ਫੈਕਟਰੀ ਚਾਲੂ ਕਰਨ ਨਾਲ ਸੂਬੇ 'ਚ ਨਿਵੇਸ਼ ਆ ਜਾਊਗਾ? ਨਹੀਂ ਆਊਗਾ ਸਿੱਧੂ ਸਾਹਿਬ। ਸਾਡਾ 2.5 ਲੱਖ ਨਿਵੇਸ਼ ਯੂਪੀ 'ਚ ਚਲਾ ਗਿਆ। ਪੰਜਾਬ ਦੇ ਸਾਡੇ ਜਿਹੜੇ ਇੰਡਸਟਰੀਲਿਸਟ ਹੈ ਉਹ ਯੂਪੀ 'ਚ ਚਲੇ ਗਏ, ਹਿਮਾਚਲ 'ਚ ਚਲੇ ਗਏ। ਇਹ ਸਾਰੀਆਂ ਗੱਲਾਂ ਨੂੰ ਧਿਆਨ ਇਸ ਕਰਕੇ ਦੇਣ ਦੀ ਜ਼ਰੂਰਤ ਹੈ ਕਿ ਸਾਡੇ ਕੋਲੇ ਪਾਲਿਸੀ ਹੈ ਨਹੀਂ। ਸਾਡੇ ਜਿਹੜੇ CM ਸਾਹਿਬ ਹੈ ਉਹਨਾਂ ਨੂੰ ਟੂਰਿਜ਼ਮ ਤੇ ਭੇਜਿਆ ਜਾਂਦਾ ਹੈ। ਚਲੋ ਤੁਹਾਡਾ ਵਿਊ ਪੁਆਇੰਟ ਆ ਗਿਆ ਧਾਲੀਵਾਲ ਸਾਹਿਬ। ਧਾਲੀਵਾਲ ਸਾਹਿਬ ਫੇਰ ਆਵਾਂਗੇ ਆਪਾਂ ਇਸ ਮੁੱਦੇ ਤੇ, ਤੁਹਾਡੇ ਵੱਲ ਫੇਰ ਆਉਨੇ ਆ। ਤੁਹਾਡਾ ਵਿਊ ਪੁਆਇੰਟ ਆ ਗਿਆ, ਆਪਾਂ ਜਵਾਬ ਲੈ ਲਈਏ। ਡਾਕਟਰ ਭੀਮਿੰਦਰ ਜੀ ਇਸ ਮੁੱਦੇ ਤੇ ਕਿਉਂਕਿ ਸੰਦੀਪ ਉਹਨਾਂ ਨੇ ਵੀ ਗੱਲ ਕੀਤੀ ਹੈ, ਧਾਲੀਵਾਲ ਜੀ ਨੇ ਵੀ ਗੱਲ ਕੀਤੀ ਹੈ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਰਾਸ਼ਟਰੀ ਵਿਸ਼ਲੇਸ਼ਕ ਨੇ ਔਰ ਕਿਸਾਨ ਅੰਦੋਲਨ ਦੀ ਵੀ ਨੁਮਾਇੰਦਗੀ ਕਰਦੇ ਹੈ, ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ। ਡਾਕਟਰ ਭੀਮਿੰਦਰ ਜੀ ਜੀ ਸਿੱਧੂ ਸਾਹਿਬ ਮੈਂ ਇਹੀ ਕਹਿਣਾ ਚਾਹਣਾ ਕਿ ਆਮ ਆਦਮੀ ਪਾਰਟੀ ਨੂੰ ਬਣਿਆ ਹਜੇ ਸਿਰਫ 9 ਮਹੀਨੇ ਹਜੇ ਹੋਏ ਹੈ, ਔਰ ਜਿਹੜੀਆਂ ਵੀ ਪਾਲਿਸੀਆਂ ਧਾਲੀਵਾਲ ਸਾਹਿਬ ਗੱਲ ਕਰ ਰਹੇ ਨੇ ਉਹ 10 ਸਾਲ ਬੀਜੇਪੀ ਔਰ ਅਕਾਲੀ ਦਲ ਦੀ ਸੱਤਾ ਰਹੀ ਹੈ, ਔਰ ਪਿਛਲੇ 5 ਸਾਲ ਕਾਂਗਰਸ ਦੀ ਸੱਤਾ ਰਹੀ ਹੈ। ਉਸ ਤੋਂ ਵੀ ਪਿੱਛੇ ਜਾਈਏ ਤਾਂ ਕਦੇ ਅਕਾਲੀ ਦਲ, ਕਦੇ ਜਿਹੜੀ ਹੈਗੀ ਹੈ ਕਾਂਗਰਸ ਜਾਂ ਹੋਰ ਜਿਹੜੀਆਂ ਇਦਾਂ ਦੀਆਂ ਪਾਰਟੀਆਂ ਆਉਂਦੀਆਂ ਰਹੀਆਂ ਨੇ। ਸੋ ਇਸ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਇਹ ਦੋਸ਼ ਲਾਉਣਾ ਕਿ ਅਸੀਂ ਨੀਤੀ ਨਹੀਂ ਬਣਾਈ, ਨੀਤੀਆਂ ਤਾਂ ਇਹਨਾਂ ਨੇ ਹੀ ਬਣਾਈਆਂ। ਕਿਉਂਕਿ ਜੇਕਰ ਨੀਤੀਆਂ ਬਣਾਈਆਂ ਹੁੰਦੀਆਂ ਤਾਂ ਅੱਜ ਪੰਜਾਬ ਦੇ ਜਿਹੜਾ ਇੰਡਸਟਰੀ ਜਿਹੜੀ ਲੱਗਣੀ ਸੀਗੀ, ਅੱਜ ਸਾਡੀ ਹਰਿਆਣੇ ਵਰਗੀ ਹਾਲਤ ਹੋਣੀ ਸੀ। ਸਾਡੇ ਕੀ ਹੈ ਕਿ ਇਸ ਵੇਲੇ ਅਸੀਂ ਇਸ ਲਈ ਪਿੱਛੇ ਚੱਲ ਰਹੇ ਹਾਂ ਕਿਉਂਕਿ ਸਾਡੇ ਜਿਹੜੇ ਪਿਛਲੀਆਂ ਪਾਲਿਸੀਆਂ ਬਣਾਉਣ ਵਾਲੇ ਲੋਕ ਸੀਗੇ ਉਹ ਆਪ ਹੀ ਇੰਨੇ ਕਰਪਟ ਸੀਗੇ, ਉਹਨਾਂ ਨੇ ਕੋਈ ਪਾਲਿਸੀਆਂ ਦੀ ਗੱਲ ਹੀ ਨਹੀਂ ਕੀਤੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਗੱਲ ਬਿੱਲਾਂ ਦੀ ਕਰ ਰਹੇ ਸੀਗੇ ਕਿ ਕਾਲੇ ਕਾਨੂੰਨ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਰੱਦ ਕਰਵਾਏ ਸੀਗੇ, ਉਹ ਕੋਈ ਕੋਆਪਰੇਟਿਵ ਖੇਤੀ ਵਾਲੇ ਨਹੀਂ ਸੀਗੇ, ਉਹ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਅਡਾਨੀਆਂ ਬਾਨੀਆਂ ਨੂੰ ਇਸ ਲਈ ਬਣਾਏ ਗਏ ਸੀਗੇ। ਸੋ ਇਹ ਹੁਣ ਕਹਿ ਰਹੇ ਨੇ ਜੀ ਕਿ ਅਸੀਂ ਹੋ ਚੁੱਕਿਆ ਹੈ, ਤੁਸੀਂ ਫਾਇਦਾ ਪਹੁੰਚਾ ਰਹੇ ਹੋ, ਆਮ ਆਦਮੀ ਪਾਰਟੀ ਫਾਇਦਾ ਪਹੁੰਚਾ ਰਹੀ ਹੈ। ਇਹ ਸਿੱਧ ਹੋ ਚੁੱਕਿਆ ਪੰਜਾਬ 'ਚ ਅੱਜ। ਤੁਸੀਂ ਪ੍ਰਾਈਵੇਟ ਨਿਵੇਸ਼ਕਾਂ ਕੋਲੇ ਪੈਸੇ ਲੈਣ ਨੂੰ ਭੱਜੇ ਫਿਰਦੇ ਹੋ, ਝੋਲੀਆਂ ਅੱਡ ਕੇ ਭੱਜੇ ਫਿਰਦੇ ਹੋ। ਇਹ ਗੱਲਾਂ ਐਵੇਂ ਬਿਨਾਂ ਗੱਲ ਵੋਟਾਂ ਲੈਣ ਵੇਲੇ ਹੋਰ ਸਰਕਾਰ ਬਣ ਗਈ ਗੱਲ ਹੋਰ। ਮਤਲਬ ਤੁਹਾਡੇ ਤਾਂ ਦੋ ਜਿਹੜੇ ਚਿਹਰੇ ਆ ਲੋਕਾਂ ਦੇ ਸਾਹਮਣੇ ਆ ਗਏ। ਇਹ ਗੱਲਾਂ ਕਰਨੀਆਂ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਕਹਿੰਦੇ ਆ ਕਿ ਅੱਜ ਦੀ ਡਿਬੇਟ ਅਸੀਂ ਜੀਰੇ ਦੇ ਉੱਤੇ ਜਿਹੜਾ ਹੈਗਾ ਕੇਂਦਰਿਤ ਕਰੀਏ, ਨਾ ਕਿ ਤਿੰਨ ਕਾਲੇ ਕਾਨੂੰਨ ਦੇ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ। ਜੀਰੇ ਦੀ ਫੈਕਟਰੀ ਦਿੱਲੀ ਦੇ ਸ਼ਰਾਬ ਘਟਾਲੇ ਨਾਲ ਜੁੜੀ ਹੋਈ ਹੈ। ਜੀਰੇ ਦੀ ਫੈਕਟਰੀ ਦਿੱਲੀ ਦੇ ਸ਼ਰਾਬ ਘਟਾਲੇ ਨਾਲ ਜੁੜੇ ਹੋਏ ਹੈ, ਔਰ ਉਹਦੇ 'ਚ ਜਿਹੜੇ ਤੁਹਾਡੇ ਮਾਣਯੋਗ ਅਖਾਉਤੀ ਭਾਰਤ ਰਤਨ ਹੈ ਉਹਨਾਂ ਤੱਕ ਸੇਕ ਜਾਂਦਾ ਹੈ ਜੀਰੇ ਦੀ ਫੈਕਟਰੀ ਦਾ। ਆਪਸ ਦੇ ਵਿੱਚ ਬੈਠ ਕੇ ਸਰਕਾਰ ਦੇ ਨਾਲ ਬੈਠਾਂਗੇ ਔਰ ਇਹ ਮਸਲਾ ਹੱਲ ਹੋਏਗਾ। ਇਹ ਕੋਈ ਵੱਡਾ ਮਸਲਾ ਨਹੀਂ ਹੈ, ਇਹ ਕੋਈ ਤਿੰਨ ਕਾਲੇ ਕਾਨੂੰਨਾਂ ਵਾਲਾ ਮਸਲਾ ਨਹੀਂ ਹੈ ਕਿ ਮਸਲਾ ਜਿਹੜਾ ਹੈਗਾ ਉਹੀ ਮਸਲਾ ਹੈ। 6 ਮਹੀਨੇ ਹੋ ਗਏ ਕਿਸਾਨਾਂ ਨੂੰ ਬੈਠਿਆਂ ਨੂੰ, ਸਰਕਾਰ ਨੇ ਸਾਲ ਨਹੀਂ ਲਈ। ਥੈਂਕ ਯੂ ਵੈਰੀ ਮਚ ਧਾਲੀਵਾਲ ਜੀ, ਡਾਕਟਰ ਭੀਮਿੰਦਰ, ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ। ਥੈਂਕ ਯੂ ਡਾਕਟਰ ਸਾਹਿਬ। ਸਾਨੂੰ ਸਰਕਾਰ ਦੇ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਥੈਂਕ ਯੂ ਡਾਕਟਰ ਸਾਹਿਬ, ਬਿਲਕੁਲ ਜੁੜੇਗਾ ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਧਾਲੀਵਾਲ ਸਾਹਿਬ, ਮੈਂ ਫੇਰ ਆਣਾ ਥੈਂਕ ਯੂ ਵੈਰੀ ਮਚ। ਥੈਂਕ ਯੂ ਡਾਕਟਰ ਸਾਹਿਬ। ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਜੁੜੇ ਹੋਏ, ਜਿੱਦਾਂ ਮੈਂ ਉਹਨਾਂ ਦੀ ਗੱਲ ਕੀਤੀ ਹੈ। ਪ੍ਰੋਫੈਸਰ ਮੁੱਦਾ ਜਿਹੜਾ ਬਹੁਤ ਵੱਡਾ ਹੈ, ਇਸ ਮੁੱਦੇ ਦੇ ਨਾਲ ਤੁਸੀਂ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਵਾਤਾਵਰਨ ਦੀ, ਵਾਤਾਵਰਨ ਪ੍ਰੇਮੀ ਹੋ, ਜਿਸ ਤਰੀਕੇ ਨਾਲ ਜ਼ੀਰਾ ਦੇ ਵਿੱਚ ਅੰਦੋਲਨ ਚੱਲ ਰਿਹਾ, ਹੁਣ 2 ਦਿਨ ਲਈ ਕਿਸਾਨਾਂ ਵੱਲੋਂ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਗਟਾਵੇ, ਰੋਸ ਵਿਖਾਵੇ ਕੀਤੇ ਜਾ ਰਹੇ ਹੈ। ਕੀ ਵਜ੍ਹਾ ਹੈਗੀ ਹੈ ਕਿ ਇਸ ਮਸਲੇ ਦਾ
ਹੱਲ ਨਹੀਂ ਨਿਕਲ ਰਿਹਾ, ਨਜ਼ਰੀਆ ਆਪਣਾ ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਤੇ? ਇਸ ਮੁੱਦੇ ਨੂੰ ਜਿਸ ਢੰਗ ਨਾਲ ਆਪਾਂ ਸਮਝ ਰਹੇ ਹਾਂ, ਇਹ ਟੈਕਨੀਕਲ ਮੁੱਦਾ ਨਹੀਂ ਹੈਗਾ। ਇਹ ਮੁੱਦਾ ਇੱਕ ਇਸ ਵੇਲੇ ਬੇਵਿਸ਼ਵਾਸੀ ਦਾ ਰੂਪ ਲੈ ਚੁੱਕਾ। ਇਹ ਇੱਥੇ ਪੰਜਾਬ ਦੇ ਅੰਦਰ ਜਿਹੜੀਆਂ ਵੀ ਪੁਰਾਣੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਇੰਨੀ ਲੋਕਾਂ ਦਾ ਭਰੋਸਾ ਖੋ ਚੁੱਕੀਆਂ ਸੀ ਕਿ ਐਡਾ ਵੱਡਾ ਉਮੜ ਕੇ ਇੱਕ ਲਾਸਟ ਹੋਪ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਵੋਟਾਂ ਪਾਈਆਂ। ਹੁਣ ਸਵਾਲ ਇਹ ਹੈ ਕਿ ਇਹ ਬਹੁਤ ਹੀ ਖਤਰਨਾਕ ਹੋਊ। ਅਸੀਂ ਇੱਕ ਬਹੁਤ ਹੀ ਖਤਰਨਾਕ ਮੋੜ ਤੇ ਪੰਜਾਬ ਦੇ ਲੋਕ ਤੇ ਪੰਜਾਬ ਦੀ ਰਾਜਨੀਤੀ ਪਹੁੰਚੀ ਹੋਈ ਹੈ। ਜੇ ਫਿਰ ਦੁਬਾਰਾ ਉਸੇ ਤਰੀਕੇ ਨਾਲ ਹੀ ਬੇਆਸਰੀ ਦਾ, ਬੇਉਮੀਦੀ ਦਾ ਆਲਮ ਛਾ ਗਿਆ ਪੰਜਾਬ ਦੇ ਅੰਦਰ ਰਾਜਨੀਤਿਕ ਲੋਕਾਂ ਵੱਲੋਂ ਜਾਂ ਸਰਕਾਰਾਂ ਵੱਲੋਂ, ਤਾਂ ਇਹ ਬਹੁਤ ਮਾੜੀ ਗੱਲ ਹੋਊਗੀ। ਹੋ ਇਹੀ ਰਿਹਾ। ਇਹਨਾਂ ਨੇ ਦੇਖੋ, ਇਹਨਾਂ ਦਾ ਵੀ ਕੰਸਰਨ ਇਹੀ ਹੈ ਭੀਮਿੰਦਰ ਹੁਣਾਂ ਦਾ। ਪ੍ਰੋਫੈਸਰ ਸਾਹਿਬ ਇਹ ਕਹਿ ਰਹੇ ਆ ਕਿ ਲੋਕ ਸਾਡੇ ਤੇ ਭਰੋਸਾ ਕਰੋ, ਤੁਸੀਂ ਸਾਡੇ ਤੇ ਭਰੋਸਾ ਨਾ ਚੁੱਕੋ। ਅਸਲੀ ਗੱਲ ਇਹੀ ਹੈ ਭੀਮਿੰਦਰ ਜੀ, ਲੋਕਾਂ ਨੇ ਬਹੁਤ ਭਰੋਸਾ ਕੀਤਾ, ਬੜੀ ਉਮੀਦ ਕੀਤੀ, ਉਹ ਭਰੋਸਾ ਹੌਲੀ ਹੌਲੀ ਤਿੜਕ ਰਿਹਾ। ਉਹਨੂੰ ਰੋਕਣਾ ਕਿਵੇਂ ਆ? ਇਹੀ ਤੇ ਸਾਰਾ ਸਵਾਲ ਆ, ਕਿਉਂਕਿ ਲੋਕਾਂ ਦੇ ਤਜਰਬੇ ਨਾਲੋਂ ਵੱਡਾ ਜੀ ਆ ਰਿਹਾ ਤੁਹਾਡੇ ਵੱਲ ਕੋ ਲੋਕਾਂ ਦੇ ਆਪਣੇ ਨਿੱਜੀ ਜਿਹੜੇ ਤਜਰਬੇ ਆ, ਜ਼ਿੰਦਗੀ ਜੀਣ ਦੇ ਜਿਹੜੇ ਉਹਨਾਂ ਦੇ ਸਟਰਗਲ ਆ, ਜਦੋਜਹਿਦ ਆ, ਉਹਦੇ ਨਾਲੋਂ ਵੱਡਾ ਤੇ ਉਹਨਾਂ ਸਾਹਮਣੇ ਕੋਈ ਕਾਨੂੰਨ ਤੇ ਕੋਈ ਤਜਰਬਾ ਤੇ ਹੋਰ ਕੋਈ ਚੀਜ਼, ਸਾਇੰਸ ਤੇ ਕੋਈ ਕੁਝ ਹੈ ਹੀ ਨਹੀਂ ਨਾ। ਜੇ ਬੰਦੇ ਸੱਚੀ ਮੁੱਚੀ ਉੱਥੇ ਇਸ ਤਰ੍ਹਾਂ ਮਰ ਰਹੇ ਆ, 5 ਮਹੀਨੇ ਉਹ ਬੈਠੇ ਰਹੇ, ਜਦੋਂ ਕੋਰਟ 'ਚ ਕੇਸ ਮਲਹੋਤਰੇ ਹੋਣੀ ਲੈ ਗਏ, ਉੱਥੋਂ 5 ਕਰੋੜ ਦਾ ਜਦੋਂ ਪਹਿਲੀ ਵਾਰੀ ਜੁਰਮਾਨਾ ਕੀਤਾ, ਉਦੋਂ ਪਹਿਲਾਂ ਤੇ ਸਰਕਾਰ ਨੂੰ ਪਾਰਟੀ ਬਣਾਇਆ ਹੋਊਗਾ, ਉੱਥੇ ਤਰੀਕ ਪਈ ਹੋਊਗੀ। ਕਿਉਂ ਨਹੀਂ ਸਰਕਾਰ ਜਿਹੜੀ ਆ ਤੁਰੰਤ ਉੱਥੇ ਅੰਦੋਲਨਕਾਰੀਆਂ ਕੋਲ ਗਈ? ਮੈਂ ਕਹਿੰਦਾ ਪਹਿਲਾਂ ਨਹੀਂ ਵੀ ਗਏ। ਉਹਨਾਂ ਨੂੰ ਹੋਊਗਾ ਕਿ ਚਲੋ ਯਾਰ ਐਵੇਂ ਖੱਪ ਤੱਪ ਕੇ ਬੈਠ ਜਾਣਗੇ, ਆਪੇ ਬਹਿ ਜਾਣਗੇ। ਮਲਹੋਤਰਿਆਂ ਨੂੰ ਕਹਿੰਦੇ ਅਜੇ ਤੱਕ ਰੋਕਿਆ, ਤੇ ਉਹਨਾਂ ਦੇ ਤੇ ਚਾਂਦੀ ਬੋਲਦੀ, ਤੂਤੀ ਬੋਲਦੀ ਆ। ਪੁਰਾਣੀਆਂ ਸਰਕਾਰਾਂ ਵੇਲੇ ਵੀ ਬੋਲਦੀ ਸੀ, ਹੁਣ ਵੀ ਬੋਲੂਗੀ। ਪਰ ਜਦੋਂ ਜੁਰਮਾਨੇ ਹੋਣੇ ਸ਼ੁਰੂ ਹੋਏ, ਉਦੋਂ ਆਪਾਂ ਤਤਪਰਤਾ ਕਿਉਂ ਨਹੀਂ ਦਿਖਾਈ? ਫਿਰ 15 ਕਰੋੜ ਫੇਰ ਹੋ ਗਿਆ। ਆਪਾਂ ਉਦੋਂ ਵੀ ਪਹਿਲਾਂ ਸਾਡੀ ਪ੍ਰੈਫਰੈਂਸ ਇਹ ਨਹੀਂ ਸੀ ਕਿ ਆਪਾਂ ਲੋਕਾਂ ਕੋਲ ਜਾਈਏ। ਪਹਿਲੀ ਪ੍ਰੈਫਰੈਂਸ ਇਹ ਕਿ ਪੁਲਿਸ ਵੱਡੇ ਪੱਧਰ ਤੇ ਉੱਥੇ ਧਾੜਵੀਆਂ ਵਾਂਗੂ ਚਲੇ ਗਈ। ਉਹਦੇ ਨਾਲ ਬੇਭਰੋਸਗੀ ਵਧੀ ਆ ਭੀਮਿੰਦਰ ਜੀ। ਤੁਸੀਂ ਦੁਬਾਰਾ ਲੋਕਾਂ ਕੋਲ ਜਾਓ, ਭਰੋਸਾ ਜਿੱਤੋ। ਬੇਭਰੋਸਗੀ ਦਾ ਆਲਮ ਹੈਗਾ ਫੈਕਟਰੀ ਵਾਲਿਆਂ ਤੋਂ, ਤੇ ਬੇਭਰੋਸਗੀ ਹੈ ਹੀ ਹੈ। ਦੱਸ ਰਹੇ ਤੁਹਾਨੂੰ ਢਿੱਲੋਂ ਹੋਣੀ, ਉਹ ਸਾਰੀਆਂ ਅਖਬਾਰਾਂ 'ਚ ਵੀ ਗੱਲਾਂ ਆ ਗਈਆਂ। ਪਰ ਤੁਸੀਂ ਕਿਵੇਂ ਲੋਕਾਂ ਦੀ, ਆਮ ਆਦਮੀ ਦੇ ਹਿਰਦੇ ਦੇ ਵਿੱਚ ਆਪਾਂ ਡਾਕਟਰ ਭੀਮਿੰਦਰ ਉਹਨਾਂ ਤੋਂ ਜਵਾਬ ਲੈ ਲਈਏ। ਡਾਕਟਰ ਸਾਹਿਬ, ਇਸ ਮਾਮਲੇ ਤੇ ਤੁਸੀਂ ਕਿਵੇਂ ਦੇਖਦੇ ਹੋ? ਪ੍ਰੈਸ ਦਾ ਕਹਿਣਾ ਕਿ ਬੇਭਰੋਸਗੀ ਦਾ ਆਲਮ ਹੈ, ਪੰਜਾਬੀਆਂ ਨੇ ਵੱਡਾ ਭਰੋਸਾ ਕੀਤਾ ਸੀ, ਪਰ ਹੁਣ ਸਥਿਤੀਆਂ ਇਹੋ ਜਿਹੀਆਂ ਬਣ ਗਈਆਂ, ਉਹ ਭਰੋਸਾ ਜਿਹੜਾ ਕਿਤੇ ਟੁੱਟਦਾ ਨਜ਼ਰ ਆ ਰਿਹਾ, ਜਿਹੜਾ ਅੰਦੋਲਨ ਦੇ ਰੂਪ 'ਚ ਵੀ ਸਾਹਮਣੇ ਹੈ। ਇਸ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਏਗਾ। ਮੈਂ ਜਿਹੜੀ ਗੱਲ ਪਹਿਲਾਂ ਜਿੱਥੋਂ ਛੱਡੀ ਸੀ, ਮੈਂ ਇਹੀ ਕਹਿਣਾ ਚਾਹਣਾ ਕਿ ਭਗਵੰਤ ਮਾਨ ਜੀ ਦੀ ਰਹਿਨੁਮਾਈ ਦੇ ਵਿੱਚ ਸਾਰੀਆਂ ਗੱਲਾਂ ਦਾ ਜਿਹੜਾ ਹੈਗਾ, ਕੋਈ ਵੀ ਐਸੀ ਗੱਲ ਨਹੀਂ ਹੁੰਦੀ ਜਿਹਦਾ ਕੋਈ ਮਸਲੇ ਦਾ ਹੱਲ ਨਾ ਹੋ ਸਕੇ। ਤੋ ਜੇਕਰ ਅਸੀਂ ਬੈਠਾਂਗੇ, ਮੈਂ ਕਿਸਾਨ ਜਥੇਬੰਦੀਆਂ ਨੂੰ ਇਹੀ ਬੇਨਤੀ ਕਰਦਾ ਕਿ ਅਸੀਂ ਜਿਹੜਾ ਹੈਗਾ ਸਿਰਫ ਇਹ ਸ਼ਰਤ ਨਾ ਰੱਖੀਏ ਕਿ ਅਸੀਂ ਤਾਂ ਜੀ ਇਹਨੂੰ ਬੰਦ ਹੀ ਕਰਾਉਣਾ। ਤੁਸੀਂ ਬੈਠੋ, ਆਪਾਂ ਟੇਬਲ ਤੇ ਬੈਠੀਏ, ਮਸਲੇ ਦਾ ਹੱਲ ਲੱਭੀਏ ਔਰ ਇੱਕ ਦੂਜੇ ਦੀ ਗੱਲ ਸੁਣੀਏ। ਔਰ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਇਹ, ਜਬ ਲਗ ਦੁਨੀਆ ਰਹੀ ਸੋ ਆਪਾਂ ਡਾਇਲੌਗ, ਮੈਂ ਇਹ ਕਹਿਣਾ ਚਾਹਣਾ ਕਿ ਡਾਇਲੌਗ ਦੇ ਰਾਹੀਂ ਹਰ ਮਸਲਾ ਜਿਹੜਾ ਹੈਗਾ ਹੱਲ ਹੋ ਜਾਂਦਾ। ਔਰ ਸਰਕਾਰ ਇਹਦੇ ਲਈ ਪੂਰੀ ਗੰਭੀਰ ਹੈ ਔਰ ਮਾਨ ਸਾਹਿਬ ਇਸ ਪ੍ਰਤੀ ਬਹੁਤ ਗੰਭੀਰ ਨੇ। ਕਮੇਟੀਆਂ ਬਣ ਚੁੱਕੀਆਂ ਨੇ। ਜਿਉਂ ਹੀ ਕਮੇਟੀਆਂ ਦੇ ਰਿਜ਼ਲਟ ਆਉਣਗੇ, ਨਾਲ ਦੀ ਨਾਲ ਆਪਾਂ ਉਹਨਾਂ ਰਿਜ਼ਲਟ ਨੂੰ ਜਿਹੜਾ ਹੈਗਾ ਵਾਚਾਂਗੇ। ਜਿਹੜਾ ਵੀ ਕੋਈ ਗੈਰ ਕਾਨੂੰਨੀ ਕੰਮ ਹੋਏਗਾ ਜਾਂ ਜਿਹਦੇ ਉੱਤੇ ਕੋਈ ਬਣਦਾ ਜੁਰਮਾਨਾ ਕਰਨਾ ਹੋਏਗਾ, ਉਹ ਜੁਰਮਾਨਾ ਲਾਇਆ ਜਾਏਗਾ। ਤੁਹਾਡੀ ਗੱਲ ਦੇ ਮੁਤਾਬਕ ਉਹ ਹੈਗੀ ਹੈ ਹਰ ਕਿਸੇ ਨੂੰ। ਤੁਹਾਡੀ ਗੱਲ ਆ ਗਈ। ਥੈਂਕ ਯੂ ਤੁਹਾਡੀ ਗੱਲ ਆ ਗਈ। ਪਰਿਵਾਰ ਸਾਹਿਬ, ਤੁਹਾਡੇ ਤੋਂ ਮੈਂ ਸਵਾਲ ਲੈਣਾ। ਪ੍ਰੋਫੈਸਰ ਮਨਜੀਤ ਸਿੰਘ ਛੋਟਾ ਜਿਹਾ ਸਵਾਲ ਲੈ ਰਹੇ। ਮੈਂ ਬਿਲਕੁਲ ਮਸਲੇ ਦੇ ਹੱਲ ਵਿੱਚ ਆ। ਮੈਂ ਨਹੀਂ ਚਾਹੁੰਦਾ ਕਿ ਉੱਥੇ ਸਾਰੇ ਹੋਰ ਅਫੜਾ ਤਫੜੀ ਹੋਵੇ ਜਾਂ ਇਹ ਗੱਲਾਂ ਵਧਣ, ਜਿਸ ਤਰ੍ਹਾਂ ਅੱਜ ਹੁਣ ਸਾਰੀ ਜਗ੍ਹਾ ਭਗਵੰਤ ਮਾਨ ਦੇ ਪੁਤਲੇ ਫੂਕਣੇ ਸ਼ੁਰੂ ਹੋ ਗਏ। ਇੱਕ ਨਵੀਂ ਸ਼ੁਰੂਆਤ ਹੋਈ ਹੈ, ਇਹਨੂੰ ਸਾਂਭਣ ਦੀ ਲੋੜ ਹੈਗੀ ਆ। ਸਵਾਲ ਇਹ ਹੈ ਕਿ ਉਹ ਕਮੇਟੀਆਂ ਇੰਨੀਆਂ ਵਧੀਆ ਬਣਦੀਆਂ ਕਿ ਜਿਹਦੇ ਤੇ ਕਿਸਾਨ ਭਰੋਸਾ ਕਰਦੇ। ਹੁਣ ਕਿਸਾਨ ਤੇ ਬਾਹਰ ਬੈਠੇ ਆ, ਕੱਲ ਨੂੰ ਇਹਨਾਂ ਰਿਪੋਰਟਾਂ ਦੇ ਉੱਤੇ ਕੀ ਉਹ ਭਰੋਸਾ ਕਰਨਗੇ ਕਿ ਨਹੀਂ ਕਰਨਗੇ, ਇਹ ਤੇ ਹੁਣ ਸਾਨੂੰ ਪਹਿਲਾਂ ਚਿੰਤਾ ਕਰਨੀ ਚਾਹੀਦੀ ਆ। ਆਪਾਂ ਜਵਾਬ ਲੈ ਲਈਏ। ਜੀ, ਥੈਂਕ ਯੂ ਵੈਰੀ ਮਚ। ਧਾਲੀਵਾਲ ਸਾਹਿਬ, ਇੱਕ ਮਿੰਟ ਲੈ ਲਈਏ। ਸੰਦੀਪ ਜੀ, ਫਿਰ ਮੈਂ ਤੁਹਾਡੇ ਵੱਲ ਆ ਰਿਹਾ। ਧਾਲੀਵਾਲ ਸਾਹਿਬ, ਤੁਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਸੀ। ਸਿੱਧੂ ਸਾਹਿਬ, ਮੈਂ ਜਿਹੜੀ ਪ੍ਰੈਸ ਸਾਹਿਬ ਵੀ ਗੱਲ ਕਰਦੇ ਆ ਨਾ ਭਰੋਸੇ ਦੀ, ਮੈਂ ਉਹ ਭਰੋਸਾ ਤਾਂ ਹੋਊਗਾ ਪ੍ਰੈਸ ਸਾਹਿਬ, ਇੱਥੇ ਤਾਂ ਜਿਹੜਾ ਹੈਗਾ ਉਹ ਚੋਰਾਂ ਦੇ ਨਾਲ ਕੁੱਤੀ ਰਲੀ ਹੋਈ ਹੈ।
ਮੈਂ ਇਹ ਸ਼ਬਦ ਬਹੁਤ ਮਾੜੇ ਯੂਜ਼ ਕਰ ਰਿਹਾ, ਮਾਫੀ ਮੰਗ ਲੈਣਾ ਸਾਰੇ ਪੈਨਲਿਸਟਾਂ ਤੋਂ ਪਹਿਲਾਂ, ਪਰ ਦੁਖੀ ਹੋ ਕੇ ਕਹਿ ਰਿਹਾ ਮੈਂ। ਇਹ ਜਿਹੜੇ ਇੱਥੋਂ ਦੀ ਜਿਹੜੀ ਇਹ ਸਾਰੀ ਸੇਕ ਹੈ ਦਿੱਲੀ ਤੱਕ ਜਾ ਰਿਹਾ ਹੈ, ਇਹ ਐਵੇਂ ਨਹੀਂ ਫੈਕਟਰੀ ਇੰਨਾ ਜਿਹੜਾ ਹੈਗਾ ਇੰਨਾ ਕੁਝ ਹੋਇਆ, ਇਹ ਫੰਡ ਹੈ, ਘਟਾਲੇ ਹੈ, ਸ਼ਰਾਬ ਘੁਟਾਲਾ ਹੈ, ਉਹ ਸਾਰਾ ਕੁਝ ਹੈ ਇਹਦੇ ਵਿੱਚ। ਉਹਦੀ ਜਾਂਚ ਹੋਣੀ ਚਾਹੀਦੀ ਹੈ, ਉੱਥੋਂ ਤੱਕ ਗੱਲ ਜਾਣੀ ਚਾਹੀਦੀ। ਆਪਾਂ ਇਕੱਲੇ ਸੈਂਪਲਾਂ ਤੇ ਹੀ ਬੈਠੇ ਆ, ਇਕੱਲੇ ਸੈਂਪਲਾਂ ਦੀ ਗੱਲ ਨਹੀਂ ਹੈਗੀ, ਜਿਹਦੇ ਕਰਕੇ ਐਡੇ ਵੱਡੇ ਪੰਜਾਬ ਦੇ ਸਾਰੇ ਜਥੇਬੰਦੀਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ। ਉਹ ਜਿਹੜੇ 4 ਮੁੱਖ ਮੰਤਰੀ ਆ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੀਆਂ 5 ਕੋਠੀਆਂ ਹੈ, 4ਾਂ 'ਚ ਦਿੱਲੀ ਤੋਂ ਆ ਕੇ ਬੈਠਦੇ ਆ। ਤੁਹਾਡੇ ਵਰਗੇ ਜਿਹੜੇ ਵੱਡੇ ਬੰਦੇ ਆ ਉਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ, ਭਾਈ ਉਹ ਕੌਣ ਆ 4? ਧਾਲੀਵਾਲ ਸਾਹਿਬ, ਧਾਲੀਵਾਲ ਸਾਹਿਬ ਇਹ ਕਹਿੰਦੇ ਆ, ਧਾਲੀਵਾਲ ਸਾਹਿਬ ਕਿਉਂ ਸਾਡੇ ਬੱਚਿਆਂ ਨੂੰ ਕਟਾਈ ਜਾਂਦੇ ਆ, ਕਿਉਂ ਸਾਡੇ ਕਿਸਾਨਾਂ ਨੂੰ ਕਟਾਈ ਜਾਂਦੇ ਆ, ਕਿਉਂ ਡੀਜੀਪੀ ਨੂੰ ਆਦੇਸ਼ ਦੇਈ ਜਾਂਦੇ ਆ, ਕਿਉਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਰੋਜ਼ ਪੋਲੀਟੀਕਲ ਟੂਰਿਜ਼ਮ ਤੇ ਭੇਜਿਆ ਜਾ ਰਿਹਾ? ਧਾਲੀਵਾਲ ਸਾਹਿਬ ਇੱਕ ਸਵਾਲ ਜਿਹੜਾ ਹੈਗਾ ਮੈਂ ਅੱਗੇ ਸੰਦੀਪ ਜੀ ਤੋਂ ਵੀ ਸਵਾਲ ਲੈਣਾ ਹੈ। ਧਾਲੀਵਾਲ ਸਾਹਿਬ, ਜਿਹੜਾ ਡਾਕਟਰ ਭੀਮਿੰਦਰ ਵੱਲੋਂ ਕਿਹਾ ਗਿਆ, ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੀ ਉਹ ਅਪਰੋਚ ਨਹੀਂ ਜੋ ਦਿੱਲੀ ਦੇ ਵਿੱਚ ਕਿਸਾਨ ਆਗੂਆਂ ਨਾਲ ਮੋਦੀ ਸਰਕਾਰ ਵੱਲੋਂ ਕੀਤੀ ਗਈ। ਇਹ ਕਮੈਂਟ ਵੀ ਉਹਨਾਂ ਨੇ ਕੀਤਾ। ਇਹ ਦੱਸ ਦੇਣਗੇ ਕਿਸਾਨ ਆਗੂ ਸੰਦੀਪ ਜੀ ਬੈਠੇ ਆ, ਇਹਨਾਂ ਨੇ ਤਾਂ ਕਿਸਾਨਾਂ ਨੂੰ ਡਾਂਗਾਂ ਨਾਲ ਕੁੱਟਤਾ। ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ? ਉੱਥੇ 1 ਸਾਲ ਧਰਨਾ ਲੱਗਿਆ ਸੀ, ਬਨਾਮ 6 ਮਹੀਨੇ ਧਰਨਾ ਤੁਸੀਂ ਦੇਖ ਲਓ। ਇਹਨਾਂ ਨੇ ਤਾਂ ਆਉਂਦੇ ਹੀ ਲੰਬੀ 'ਚ ਕਿਸਾਨ ਕੁੱਟੇ, ਸੰਗਰੂਰ 'ਚ ਮਜ਼ਦੂਰ ਕੁੱਟੇ, ਇਹਨਾਂ ਨੇ ਤਾਂ ਕੁੱਟ ਲਾਤੀ, ਮਤਲਬ ਥਈ ਪੱਟਦੀ ਇਹਨਾਂ ਦਾ। ਤੁਹਾਡੀ ਗੱਲ ਆ ਗਈ ਧਾਲੀਵਾਲ ਸਾਹਿਬ, ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਆਪਾਂ ਜਿਹੜੀ ਸੰਬੰਧਿਤ ਧਿਰ ਹੈ, ਸੰਦੀਪ ਜੀ ਬੈਠੇ ਆ ਸਾਡੇ ਨਾਲ। ਸੰਦੀਪ ਢਿੱਲੋਂ, ਕਿਵੇਂ ਦੇਖਦੇ ਹੋ ਇਸ ਮਾਮਲੇ ਤੇ? ਕਿਉਂਕਿ ਬਾਕੀ ਮਹਿਮਾਨਾਂ ਦੀ ਰਾਜਨੀਤੀ ਧਿਰਾਂ ਦੀ ਆਪੋ ਆਪਣੀ ਰਾਏ ਹੈ, ਪਰ ਡਾਕਟਰ ਭੀਮਿੰਦਰ ਦਾ ਕਹਿਣਾ ਕਿ ਸਰਕਾਰ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ, ਪਰ ਇਹ ਨਹੀਂ ਹੋਣਾ ਚਾਹੀਦਾ ਕਿ ਇਸ ਗੱਲ ਤੇ ਅੜੀ ਰਹੇ ਗੱਲ ਕਿ ਅਸੀਂ ਫੈਕਟਰੀ ਬੰਦ ਕਰਾਵਾਂਗੇ ਫਿਰ ਗੱਲ ਅੱਗੇ ਵਧੇਗੀ। ਮੁੱਦੇ ਤੇ ਗੱਲ ਸਰਕਾਰ ਕਰ ਸਕਦੀ ਹੈ, ਇਹ ਕਿਹਾ ਡਾਕਟਰ ਭੀਮਿੰਦਰ ਨੇ। ਜੀ ਸੰਦੀਪ ਸਿੱਧੂ ਸਾਹਿਬ, ਮਤਲਬ ਭੀਮਿੰਦਰ ਜੀ ਨੇ ਇੱਕ ਗੱਲ, ਜਿਹੜੀ ਗੱਲ ਤੋਂ ਕਮੇਟੀਆਂ ਤੋਂ ਲੋਕੀ ਡਰਦੇ ਨੇ, ਇਹ ਗੱਲ ਇਹਨਾਂ ਨੇ ਆਪ ਹੀ ਡਿਬੇਟ ਦੇ ਵਿੱਚ ਬੋਲ ਦਿੱਤੀ ਹੈਗੀ ਆ ਕਿ ਜੇ ਉਹਨਾਂ ਦੀ ਕੋਈ ਗਲਤੀ ਹੋਊਗੀ ਤਾਂ ਉਹਨਾਂ ਨੂੰ ਜੁਰਮਾਨੇ ਕੀਤੇ ਜਾਣਗੇ। ਇਸੇ ਗੱਲਾਂ ਤੋਂ ਤਾਂ ਲੋਕੀ ਡਰਦੇ ਨੇ ਜੀ। ਅਸੀਂ ਜੁਰਮਾਨੇ, ਦੇਖੋ ਅਸੀਂ ਜੁਰਮਾਨਿਆਂ ਤੋਂ ਕੀ ਲੈਣਾ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਥੋੜੇ ਸ਼ਬਦਾਂ ਦੇ ਵਿੱਚ। ਇਹਨਾਂ ਨੇ ਭੀਮਿੰਦਰ ਜੀ ਇੱਥੇ ਸਾਡੇ ਆਏ ਨਹੀਂ ਹੋਣਗੇ, ਇਹਨਾਂ ਨੂੰ ਇਹ ਸਾਡੇ ਫੈਕਟਰੀ ਦਾ ਜਿਹੜਾ ਮਸਲਾ ਉਹ ਪੂਰਾ ਪਤਾ ਵੀ ਨਹੀਂ ਹੈਗਾਗਾ। ਸਾਡੀ ਫੈਕਟਰੀ ਦੇ ਨਾਲ 8 ਕਿੱਲੇ ਇਹਨਾਂ ਨੇ ਮਾਈਨਿੰਗ ਕੀਤੀ ਸੀ। ਮਾਈਨਿੰਗ ਦੇ ਨਾਲ ਸਾਡਾ ਮਤਲਬ ਸਾਨੂੰ ਕੀ ਲੈਣ ਦੇਣਾ? ਇਹ ਤਾਂ ਸਰਕਾਰ ਦਾ ਕੰਮ ਆ, ਸੰਬੰਧਿਤ ਡਿਪਾਰਟਮੈਂਟ ਦਾ ਕੰਮ ਆ। ਪਰ ਗੱਲ ਕੀ ਸੀ ਕਿ ਮਾਈਨਿੰਗ ਕਰਕੇ ਇਹਨਾਂ ਨੇ 40 ਫੁੱਟ ਤੱਕ ਰੇਤਾ ਪੱਟ ਕੇ ਉੱਤੇ ਜਿਹੜੀ ਸੁਆਹ, ਜਿਹੜੀ ਰਾਖ ਜਿਹਨੂੰ ਬੋਲਦੇ ਆ ਬੋਇਲਰ ਦੀ, ਉਹ ਸਿੱਟ ਕੇ ਉੱਤੇ ਗੰਦਾ ਪਾਣੀ ਪਾਉਂਦੇ ਸੀ। ਉਹ ਗੰਦਾ ਪਾਣੀ ਸੀ ਜਿਹੜਾ ਜਦੋਂ ਰੇਤਾ ਤੱਕ ਤਲ ਪੱਟਿਆ ਹੋਇਆ ਸੀ ਤੇ ਉਹ ਥੱਲੇ ਜਾਂਦਾ ਸੀ। ਚਾਹੀਦਾ ਤਾਂ ਸੀਗਾ ਸੀ ਉਹ ਮਸਲੇ ਨਾਲ ਸੰਬੰਧਿਤ ਜਿਹੜਾ ਵੀ ਪਾਣੀ ਧਰਤੀ ਦੇ ਵਿੱਚ ਗਿਆ, ਉਹ ਕਿੰਨੀ ਇਹਨਾਂ ਨੂੰ ਸਜ਼ਾ ਬਣਦੀ ਹੈ, ਕਿਹੋ ਜੀ ਇਹਨਾਂ ਨੂੰ ਸੰਬੰਧਿਤ ਡਿਪਾਰਟਮੈਂਟਾਂ ਨੂੰ ਬਣਦੀ ਹੈ, ਉਹ ਚੀਜ਼ ਕਰਨੀ ਚਾਹੀਦੀ ਸੀ। ਇਹਨਾਂ ਨੇ ਕਰਤਾ ਜੀ 8.5 ਲੱਖ ਰੁਪਏ ਜੁਰਮਾਨਾ। ਹੁਣ ਜਿੰਨੀਆਂ ਵੀ ਕਮੇਟੀਆਂ ਬਣੀਆਂ ਨੇ ਉਹਦੇ ਹਿਸਾਬ ਦੇ ਨਾਲ ਇਹ ਮਤਲਬ ਥੋੜਾ ਬਹੁਤਾ ਉਹਨਾਂ ਦਾ ਕੋਈ ਨੁਕਸ ਕੱਢ ਕੇ ਤੇ ਉਹਨਾਂ ਨੂੰ ਜੁਰਮਾਨੇ ਕਰ ਦੇਣਗੇ ਤੇ ਲੋਕਾਂ ਨੂੰ ਕਹਿ ਦੇਣਗੇ ਆਪਦੇ ਘਰੇ ਜਾਓ। ਤਾਂ ਹੀ ਤਾਂ ਪਿਛਲੀਆਂ ਸਰਕਾਰਾਂ, ਚਾਹੇ ਹੋਣ ਵਾਲੀ ਸਰਕਾਰ ਹੈਗੀ, ਲੋਕਾਂ ਦਾ ਮਤਲਬ ਇਹਨਾਂ ਤੇ ਵਿਸ਼ਵਾਸ ਨਹੀਂ ਵੱਧ ਰਿਹਾ ਕਮੇਟੀਆਂ ਦੇ ਉੱਪਰ। ਜਿਹੜੇ ਲੋਕੀ ਮਰ ਗਏ ਜੀ ਇੰਨੇ, ਉਹਨਾਂ ਦਾ ਜ਼ਿੰਮੇਵਾਰ ਕੌਣ ਆ? ਚਾਹੀਦਾ ਤਾਂ ਇਹ ਹੈ ਵੀ ਕਤਲ ਦਾ ਪਰਚਾ ਜਿਹੜਾ ਇਹਦਾ ਮਾਲਕ ਆ ਉਹਦੇ ਤੇ ਦੇ ਕੇ ਉਹਨੂੰ ਅੰਦਰ ਕਰਨਾ ਚਾਹੀਦਾ, ਤੇ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਪਿਛਲੇ 15 ਸਾਲਾਂ ਦੇ ਵਿੱਚ ਇਹਦੀ ਫੈਕਟਰੀ ਨਿਲਾਮ ਕਰਕੇ ਉਹ ਭਰਨਾ ਚਾਹੀਦਾ। ਇੱਥੇ ਲੋਕਾਂ ਦੇ 2-2 2.5 ਕਿੱਲੇ ਜਿਹੜੇ ਆ ਉਹ ਅਟੈਚਮੈਂਟ ਕਰਕੇ ਹਾਈ ਕੋਰਟ ਵੱਲੋਂ ਤੇ ਲੋਕਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੀਆਂ ਜਿਹੜੀਆਂ ਗੱਲਾਂ ਉਹ ਕੀਤੀਆਂ ਜਾ ਰਹੀਆਂ ਜੀ। ਮੈਂ ਗੱਲ ਇੱਥੇ ਹੀ ਡਰਦੀ ਆ ਜੀ, ਜਿਹੜੀਆਂ ਕਮੇਟੀਆਂ ਬਣਦੀਆਂ ਨੇ ਜੁਰਮਾਨਿਆਂ ਤੇ ਗੱਲ ਆ ਕੇ ਖੜ ਜੂਗੀ, ਪਰ ਲੋਕਾਂ ਦੀ ਜਾਨ ਜਿਹੜੀ ਬਣ ਗਈ ਆ। ਮੈਂ ਤੁਹਾਨੂੰ ਇੱਕ ਗੱਲ, ਮੈਂ ਬਿਲਕੁਲ ਤੁਹਾਡੇ ਕੋਲ ਟਾਈਮ ਘੱਟ ਹੋਊਗਾ, ਥੋੜੇ ਸ਼ਬਦਾਂ ਦੇ ਵਿੱਚ ਕਰ ਦਿਆਂ ਕਿ ਸਾਡੇ 100 ਬੰਦੇ ਤੇ FIR ਦਰਜ ਕੀਤੀ, 50 ਬੰਦੇ ਜਿਹੜੇ ਜੇਲ੍ਹਾਂ ਦੇ ਵਿੱਚ 8-8 ਦਿਨ ਰਹਿ ਕੇ ਆਏ ਨੇ, ਜਿਨ੍ਹਾਂ ਦੀਆਂ ਜ਼ਮਾਨਤਾਂ ਹੋਈਆਂ ਨੇ। ਇੱਕ ਮੁੰਡਾ ਜਿਹਦਾ ਘਰ ਫੈਕਟਰੀ ਤੋਂ ਮੈਂ 450 ਮੀਟਰ ਦੂਰ ਹੈਗਾ, 4 ਦਿਨ ਪਹਿਲਾਂ ਉਹ ਇੰਟਰਵਿਊ ਦੇ ਵਿੱਚ ਇਹ ਗੱਲ ਕਹਿ ਕੇ ਗਿਆ ਕਿ ਮੇਰਾ ਸਾਰਾ ਪਰਿਵਾਰ ਜਿਹੜਾ ਪ੍ਰਭਾਵਿਤ ਆ, ਮੇਰੀਆਂ ਦੋਵੇਂ ਕਿਡਨੀਆਂ ਜਿਹੜੀਆਂ ਖਤਮ ਆ। ਕੀ ਉਹਦੇ ਜਿਹੜੇ ਬਿਆਨਾਂ ਦੇ ਹਿਸਾਬ ਤੇ ਇਹਦੇ ਫੈਕਟਰੀ ਮਾਲਕ ਦੇ ਉੱਤੇ ਪਰਚਾ ਨਹੀਂ ਬਣਦਾ? ਜੇ ਕਿਤੇ ਕੋਈ ਫੈਕਟਰੀ ਦੇ ਕਿਸੇ ਮੁਲਾਜ਼ਮ ਨੂੰ ਇਹੋ ਜਿਹੀ ਇੰਟਰਵਿਊ ਦਿੱਤੀ ਹੁੰਦੀ ਤੇ ਮਾੜੀ ਮੋਟੀ ਵੀ ਆਂਚ ਆ ਜਾਂਦੀ ਤੇ ਇਹਨਾਂ ਨੇ ਉਦੋਂ ਹੀ ਸਾਡੇ ਤੇ 307 ਜਾਂ 302 ਜਿਹੜੀ ਉਹ ਲਗਾ ਦੇਣੀ ਸੀ। ਪਰ ਫੈਕਟਰੀ ਮਾਲਕ ਦੇ ਉੱਤੇ ਕੋਈ ਨਹੀਂ। ਇੱਕ ਬੰਦੇ ਨੂੰ ਬਚਾਉਣ ਦੇ ਵਾਸਤੇ ਇੰਨੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਮੌਤ ਦੇ ਮੂੰਹ 'ਚ ਧੱਕਿਆ ਜਾ ਰਿਹਾ। ਡਾਕਟਰ ਭੀਮਿੰਦਰ, ਦੇਖੋ ਸਵਾਲ ਤਾਂ ਤੁਸੀਂ ਵੀ ਸੁਣਿਆ, ਬੜਾ ਵੱਡਾ ਗੰਭੀਰ ਮਾਮਲਾ। ਉਹ ਕਹਿੰਦੇ ਕੇਵਲ ਗੱਲ ਇੰਨੀ ਨਹੀਂ ਕਿ ਧਰਤੀ ਹੇਠਲਾ ਪਾਣੀ ਜਿਹੜਾ ਹੈਗਾ ਉਸ ਤਰੀਕੇ ਨਾਲ ਪ੍ਰਦੂਸ਼ਿਤ ਜ਼ਹਿਰੀਲਾ ਹੋ ਰਿਹਾ ਕਿ ਫੈਕਟਰੀ ਨੂੰ ਜਿੱਦਾਂ ਪ੍ਰੋਟੈਕਟ ਕੀਤਾ ਜਾ ਰਿਹਾ, ਜਿੱਦਾਂ ਥਾਪੜਾ ਦਿੱਤਾ ਜਾ ਰਿਹਾ, ਉਹਨੇ ਕਿਹਾ ਕਿ ਤਰੀਕੇ ਨਾਲ ਜਿਹੜਾ ਫੈਕਟਰੀ ਉੱਥੇ ਕੰਮ ਚਲਾ ਰਹੀ ਹੈ। ਫਿਰ ਲੋਕਾਂ ਦੀਆਂ ਬਿਮਾਰੀਆਂ ਦੀ ਗੱਲ ਹੈ, ਲੋਕਾਂ ਦੇ ਕੇਸਾਂ ਦੀ ਗੱਲ ਬਣਾਉਣ ਦੀ ਗੱਲ ਹੈ।
ਸਰਕਾਰ ਦੇ ਨਜ਼ਰੀਏ ਪ੍ਰਤੀ ਹੀ ਲੱਗਦਾ ਕਿਸਾਨਾਂ 'ਚ ਬਹੁਤ ਵੱਡੀ ਪਰੇਸ਼ਾਨੀਆਂ, ਜਿਹਦੇ ਕਰਕੇ ਕਿਤੇ ਸਹਿਮਤੀ ਬਣਦੀ ਨਜ਼ਰ ਨਹੀਂ ਆਉਂਦੀ ਔਰ ਬੇਭਰੋਸਗੀ ਵੀ ਉੱਥੋਂ ਹੀ ਪੈਦਾ ਹੁੰਦੀ ਹੈ। ਜੀ ਡਾਕਟਰ ਸਾਹਿਬ। ਜੀ ਜਿਹੜੀ ਗੱਲ ਸੰਦੀਪ ਜੀ ਕਹਿ ਰਹੇ ਨੇ, ਮੈਂ ਵੀ ਇਹੀ ਗੱਲ ਕਹਿ ਰਿਹਾ ਕਿ ਜਿਹੜੀ ਮੈਂ ਗੱਲ ਮਾਲਵਾ ਬੈਲਟ ਦੀ ਕਰ ਰਿਹਾ ਔਰ ਅਸੀਂ 2 ਫਸਲੀ ਚੱਕਰ 'ਚ ਉਲਝ ਕੇ ਰਹਿ ਗਏ ਹਾਂ ਔਰ ਉਹਦਾ ਨਤੀਜਾ ਕੀ ਹੈ? ਹਰ ਰੋਜ਼ 2 ਜਾਂ 3 ਬੰਦੇ ਪਿਛਲੇ ਘੱਟੋ ਘੱਟ 25 ਸਾਲਾਂ ਤੋਂ, ਜਿੰਨਾ ਕਿ ਮੈਂ ਰਿਸਰਚ ਕੀਤੀ ਹੈ, ਕੈਂਸਰ ਨਾਲ ਮਰ ਰਹੇ ਨੇ। ਹਰ ਰੋਜ਼ ਕੈਂਸਰ ਜਿਹੜੀ ਹੈਗੀ, ਕੈਂਸਰ ਸਾਡੀ ਜ਼ਮੀਨਾਂ ਨੂੰ ਕੈਂਸਰ ਹੋ ਰਿਹਾ, ਲੋਕਾਂ ਨੂੰ ਕੈਂਸਰ ਹੋ ਰਿਹਾ ਔਰ ਸਾਨੂੰ ਇਹਦੇ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਔਰ ਇਹ ਮਸਲਾ ਜਿਹੜਾ ਹੈਗਾ ਸਰਕਾਰ ਔਰ ਲੋਕਾਂ ਦੇ ਨਾਲ ਬੈਠ ਕੇ ਹੀ ਹੱਲ ਹੋਏਗਾ। ਜਿਹੜੀ ਮੈਂ ਗੱਲ ਜ਼ਿਆਦਾ ਜ਼ੋਰ ਦੇਣਾ ਚਾਹੁੰਦਾ, ਇਹ ਮਸਲਾ ਇਹ ਨਹੀਂ ਕਿ ਨਾ ਤਾਂ ਲੋਕ ਇਕੱਲੇ ਕਰ ਸਕਦੇ ਆ, ਨਾ ਸਰਕਾਰ ਇਕੱਲੀ ਜਿਹੜਾ ਹੈਗਾ ਮਸਲੇ ਦਾ ਹੱਲ ਕਰ ਸਕਦੀ ਹੈ। ਜੇਕਰ ਅਸੀਂ ਵਾਤਾਵਰਣ ਦੇ ਪ੍ਰਤੀ ਗੰਭੀਰ ਹਾਂ ਤਾਂ ਦੋਵੇਂ ਧਿਰਾਂ ਨੂੰ ਬੈਠਣਾ ਪਏਗਾ, ਸੰਵਾਦ ਰਚਾਉਣਾ ਪਏਗਾ। ਜਿਹੜੀਆਂ ਵੀ ਧਿਰਾਂ ਜ਼ਿੰਮੇਵਾਰ ਨੇ, ਜਿਹੜੀਆਂ ਵੀ, ਚਾਹੇ ਉਹ ਫੈਕਟਰੀ ਵਾਲੇ ਨੇ, ਚਾਹੇ ਉਹ ਪੈਸਟੀਸਾਈਡ ਵਾਲੇ ਨੇ ਜਾਂ ਹੋਰ ਵੀ, ਮੈਂ ਤਾਂ ਕਹਿੰਦਾ ਕਿ ਸਾਨੂੰ ਪੂਰੇ ਪੰਜਾਬ ਨੂੰ ਜਿਹੜਾ ਹੈਗਾ ਨੈਚੁਰਲ ਕੁਦਰਤੀ ਖੇਤੀ ਵੱਲ ਆਉਣਾ ਚਾਹੀਦਾ ਹੈ। ਸਗੋਂ ਸਾਨੂੰ ਇਹ 2 ਫਸਲੀ ਚੱਕਰ ਤੋਂ ਨਿਕਲਣਾ ਚਾਹੀਦਾ। ਜੀ ਡਾਕਟਰ ਸਾਹਿਬ, ਆਪਣੇ ਆਪ 'ਚ ਬਿਲਕੁਲ ਵੱਖਰਾ ਮੁੱਦਾ, ਵੱਡਾ ਸਬਜੈਕਟ ਹੈ। ਮੈਂ ਇਹ ਕਹਿਣਾ ਕਿ ਚੰਗੀ ਗੱਲ ਹੈ ਕਿ ਅਸੀਂ ਵਾਤਾਵਰਣ ਦੇ ਪ੍ਰਤੀ ਪਿਛਲੇ ਲੰਬੇ ਸਮੇਂ ਤੋਂ 30-35 ਸਾਲ ਅਸੀਂ ਲਗਾਤਾਰ ਇਸ ਲੜਾਈ ਦੇ ਵਿੱਚ ਲੜਦੇ ਸਾਨੂੰ ਹੋ ਗਏ ਕਿ ਅਸੀਂ ਸੰਵੇਦਨਸ਼ੀਲ ਹੋਈਏ ਆਪਣੇ ਪਾਣੀਆਂ ਪ੍ਰਤੀ, ਆਪਣੀ ਧਰਤੀ ਪ੍ਰਤੀ, ਆਪਣੀ ਹਵਾ ਪ੍ਰਤੀ। ਇੱਕ ਸਵਾਲ ਜਿਹੜਾ ਹੋਇਆ ਤਾਂ ਸਾਨੂੰ ਡਾਕਟਰ ਸਾਹਿਬ ਬਿਲਕੁਲ ਭਰੋਸਾ ਕਰਕੇ ਸਰਕਾਰ ਦੇ ਉੱਤੇ ਥੈਂਕ ਯੂ ਅਬ ਮਿਲ ਕੇ ਬੈਠਣ ਵਾਲੀ ਗੱਲ ਹੈ, ਜਿਹੜੀ ਕਿ ਮੈਂ ਨਾ ਮਾਨੂ ਵਾਲੀ ਗੱਲ ਹੈ, ਉਹ ਨਹੀਂ ਹੋਣੀ ਚਾਹੀਦੀ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ, ਤੁਹਾਡੀ ਗੱਲ ਆ ਗਈ, ਮਿਹਰਬਾਨੀ। ਕੁਲਦੀਪ ਧਾਲੀਵਾਲ ਜੀ ਕੁਝ ਕਹਿਣਾ ਚਾਹੁੰਦੇ ਆ? ਧਾਲੀਵਾਲ ਸਾਹਿਬ। ਮੈਂ ਡਾਕਟਰ ਸਾਹਿਬ ਨੂੰ ਇੰਨੀ ਗੱਲ ਹੀ ਕਹਿਣਾ ਚਾਹਣਾ, ਡਾਕਟਰ ਸਾਹਿਬ ਤੁਸੀਂ ਜਿਹੜੇ ਹੈਗੇ 5-7 ਮਿੰਟ ਡਿਬੇਟ ਦੇ ਲੈ ਲਏ, ਇਹ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਇਹ ਤੁਹਾਡੇ ਸਾਰੇ ਸਤਿਕਾਰਤ ਜਿੰਨੇ ਵੀ ਰਾਜ ਸਭਾ ਮੈਂਬਰ ਹੈ, ਤੁਹਾਡੇ ਸਪੀਕਰ ਸਾਹਿਬ ਹੈ, ਸਾਰੇ ਬੰਦਿਆਂ ਨੇ ਲੋਕਾਂ 'ਚ ਜਾ ਕਹੀਆਂ। ਅੱਜ ਕਿੱਥੇ ਆਹੋ? ਅੱਜ ਕਿਸਾਨਾਂ ਨਾਲ ਕਿਉਂ ਨਹੀਂ ਖੜਦੇ? ਅੱਜ ਪੂੰਜੀਪਤੀ ਨਾਲ ਕਿਉਂ ਖੜੇ ਹੈ? ਅੱਜ ਕਿਉਂ ਜਿਹੜਾ ਹੈਗਾ ਉਹ ਕਿਸੇ ਪੂੰਜੀਪਤੀ ਦੇ ਮਗਰ ਆਪਦਾ ਮੂੰਹ ਲੁਕਾਉਂਦੇ ਫਿਰਦੇ ਹੈ? ਧਾਲੀਵਾਲ ਸਾਹਿਬ ਆ ਗਈ ਗੱਲ। ਉਹਦਾ ਕਾਰਨ ਹੈ, ਮੈਂ ਫੇਰ ਦੁਬਾਰਾ ਰਿਪੀਟ ਕਰਦਾ, ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਬਲੀਵ ਕਰਦਾ, ਜੇ ਉਹ ਪੰਜਾਬ ਦੇ ਮੁੱਦਿਆਂ ਤੇ ਖੁਦ ਆਪਦੇ ਹੱਥ 'ਚ ਕਮਾਂਡ ਲੈ ਕੇ ਚੱਲਣ ਤਾਂ ਮੈਨੂੰ ਲੱਗਦਾ ਉਹ ਫੈਸਲੇ 2 ਦਿਨਾਂ 'ਚ ਕਰ ਲੈਣਗੇ। ਓਕੇ, ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ ਧਾਲੀਵਾਲ ਸਾਹਿਬ। ਧਾਲੀਵਾਲ ਸਾਹਿਬ ਤੁਹਾਡਾ ਉਹਦੇ ਕਰਕੇ ਪ੍ਰੋਬਲਮ ਆ ਰਹੀ ਹੈ। ਤੁਹਾਡਾ ਵਿਊ ਬਣਾਏਗਾ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਮਨਜੀਤ ਸਿੰਘ ਜਿਹੜਾ ਹੈਗਾ, ਡਾਕਟਰ ਭੀਮਿੰਦਰ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਸਰਕਾਰ ਤਾਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ, ਵਾਤਾਵਰਣ ਦੇ ਮੁੱਦੇ ਤੇ ਵੀ ਉਹਨਾਂ ਦੀ ਸਹਿਮਤੀ ਹੈ। ਕਿਧਰੇ ਲੱਗਦਾ ਹੈ ਕਿ ਦੋਨਾਂ ਤਰ੍ਹਾਂ ਦਾ ਡਾਇਲਾਗ ਆਪਸ ਵਿੱਚ ਉਹ ਕਹਿੰਦੇ ਟੁੱਟਿਆ ਹੋਇਆ, ਉਹ ਚਾਹੁੰਦੇ ਆ ਕਿ ਗੱਲਬਾਤ ਬੈਠਣ ਤੇ ਗੱਲਬਾਤ ਮਸਲੇ ਦਾ ਕੋਈ ਹੱਲ ਨਿਕਲ ਸਕਦਾ ਜੇ ਸਹਿਮਤੀ ਬਣਦੀ ਹੈ। ਗੱਲ ਇਹ ਹੈ ਨਾ ਕਿ ਜਦੋਂ ਵਕਤ ਲੰਘ ਜਾਂਦਾ ਉਦੋਂ ਫਿਰ ਗੱਲ ਵਿਗੜ ਜਾਂਦੀ ਹੈ। ਇਹ ਤੇ ਜਿਸ ਤਰ੍ਹਾਂ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਇਹੋ ਹੀ ਗੱਲ ਸੀ ਵੀ ਹੁਣ ਹੋਰ ਕੋਈ ਚਾਰਾ ਨਹੀਂ ਰਿਹਾ ਜੀ, ਤੇ ਪਹਿਲਾਂ ਕਿੱਥੇ ਸੁੱਤੇ ਸੀ ਤੁਸੀਂ 5-6 ਸਾਲ ਜਾਂ 10 ਸਾਲ ਇਸ ਤਰੀਕੇ ਨਾਲ। ਮਤਲਬ ਜਦੋਂ ਆਪਾਂ ਪਹਿਲਾਂ ਜਦੋਂ ਇੰਨੇ ਲੰਬੇ ਦੇਰ ਦਾ 6 ਮਹੀਨੇ ਹੋਣ ਵਾਲੇ ਆ ਕਿ ਉੱਥੇ ਉਹ ਬੈਠੇ ਹੋਏ ਆ ਬੰਦੇ, ਹੈ ਨਾ, ਆਪਾਂ ਉੱਥੇ ਤੁਹਾਡੇ ਯੂਨਿਟ ਹੈਗੇ, ਤੁਹਾਡੇ ਲੀਡਰ ਹੈਗੇ, ਆਮ ਆਦਮੀ ਪਾਰਟੀ ਦੇ ਲੀਡਰ ਹੈਗੇ, ਉੱਥੇ ਉਹ ਜਾਂਦੇ। ਵਾਤਾਵਰਨ ਪ੍ਰੇਮੀ ਸਾਡੇ ਕੋਲ ਬਲਬੀਰ ਸਿੰਘ ਸੀਚੇਵਾਲ ਆ, ਉਹਨਾਂ ਦੇ ਨਾਲ ਪਹਿਲੇ ਦਿਨ ਹੀ ਦੂਜੇ ਤੀਜੇ ਦਿਨ ਹੀ ਉੱਥੇ ਜਾ ਕੇ ਬਹਿੰਦੇ ਵੀ ਦੱਸੋ ਵੀ ਮੇਰੇ ਵੀਰ ਕੀ ਗੱਲ ਆ। ਮੈਂ ਤੇ ਮੈਨੂੰ ਤਾਂ ਬੜਾ ਦੁੱਖ ਲੱਗਾ। ਤਾਂ ਜਾ ਕੇ ਵੀ ਆਏ ਆ ਉੱਥੇ? ਨਹੀਂ, ਉਹ ਜਾ ਕੇ ਹੋਰ ਕੰਮ 'ਚ ਆਏ, ਉਹ ਪਰਦਾ ਪਾਉਣ ਲਈ ਜਾ ਕੇ ਆਏ, ਪਰਦਾ ਪਾਉਣ ਲਈ ਜਾ ਕੇ ਆਏ ਆ। ਉੱਥੇ ਉਹਨਾਂ ਨੇ ਬਿਨਾਂ ਅਪਾਇੰਟਡ ਪਰਦਾ ਪਾਤਾ ਇਦਾਂ ਨਹੀਂ ਸਾਹਿਬ ਹੈ, ਉਹ ਗੰਭੀਰ ਨੇ ਕहीं ਜਾ ਕੇ ਆਏ ਨੇ। ਉਹ ਨਹੀਂ ਸੁਣ ਲਓ, ਜਿਹੜੇ ਜਾ ਕੇ ਆਏ ਆ ਉਹ ਐਨਜੀਟੀ ਦੇ ਬਿਹਾਫ ਦੇ ਉੱਤੇ ਸੈਂਪਲ ਸੁੰਪਲ ਲੈ ਕੇ ਆ ਗਏ। ਉਹਨਾਂ ਨੇ ਜਾ ਕੇ ਉਹਨਾਂ ਲੋਕਾਂ ਨਾਲ ਰਾਪੋ ਨਹੀਂ ਬਣਾਇਆ ਜਿਹੜੇ ਪ੍ਰੋਟੈਸਟ ਕਰ ਰਹੇ ਆ। ਅਸਲ ਵਿੱਚ ਤੇ ਚਾਹੀਦਾ ਤੇ ਇਹ ਸੀ ਜਿਹੜੀ ਅੱਜ ਤੁਹਾਨੂੰ ਦਿੱਕਤ ਆ ਰਹੀ ਹੈ ਕਿ ਮਤਲਬ ਤੁਹਾਡਾ ਰਾਪੋ ਟੁੱਟ ਗਿਆ, ਤੁਹਾਡਾ ਇੱਕ ਕਨੈਕਟ ਟੁੱਟ ਗਿਆ ਹੈ। ਹੁਣ ਤੁਸੀਂ ਉਹਨਾਂ ਨੂੰ ਬਾਹਰੋਂ ਸੁਣ ਕੇ ਲੈ ਆਓ। ਪਹਿਲਾਂ ਤੁਸੀਂ ਕਹਿੰਦੇ ਸੀ ਕਿ ਇਹ ਆਉਂਦੇ ਨਹੀਂ ਹੈਗੇ, ਹੁਣ ਤੁਸੀਂ ਕਹਿੰਦੇ ਹੋ ਕਿ ਐਵੇਂ ਆ ਗਏ। ਇਦਾਂ ਨਾ ਤੁਹਾਨੂੰ ਨਹੀਂ ਚਾਹੀਦਾ ਉਹਨਾਂ ਨੂੰ ਇਹ ਹੈ, ਚਾਹੀਦਾ ਬਲਬੀਰ ਸਿੰਘ ਸੀਚੇਵਾਲ ਨੂੰ, ਬਲਬੀਰ ਸਿੰਘ ਸੀਚੇਵਾਲ ਹੁਣਾਂ ਨੂੰ, MP ਸਾਹਿਬ ਨੂੰ, ਉਹਨਾਂ ਦੇ ਹੁੰਦਿਆਂ ਹੋਇਆਂ ਜਿਹੜੇ ਕੋ ਇੰਨੇ ਸਾਰੀ ਦੁਨੀਆ 'ਚ ਪ੍ਰਸਿੱਧ ਹੈ ਕਿ ਵਾਤਾਵਰਨ ਪ੍ਰੇਮੀ ਆ, ਐਡਾ ਵੱਡਾ ਮਾਮਲਾ ਵਿਗੜ ਜਾਏ,
ਇੱਕ ਐਡਾ ਵੱਡਾ ਮਾਮਲਾ ਵਿਗੜ ਜਾਏ ਉਹਨਾਂ ਦੇ ਹੁੰਦਿਆਂ ਹੋਇਆਂ, ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਪਹਿਲੇ ਦਿਨ ਹੀ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਕੇ ਤੇ ਤੁਹਾਨੂੰ ਰਲ ਕੇ ਉਹਨਾਂ ਦੇ ਵਿਰੁੱਧ ਜਿਹੜਾ ਮਲਹੋਤਰਾ ਫੈਕਟਰੀ ਆ ਉਹ ਤਹਿਕੀਕਾਤ ਕਰਨੀ ਚਾਹੀਦੀ ਸੀ। ਉਹ ਹੋਈ ਨਹੀਂ। ਹੁਣ ਵੀ ਤੁਸੀਂ ਜਿੰਨਾ ਰਾਹੀਂ ਉਸੇ ਦਿਨ ਹੀ ਕਮੇਟੀਆਂ ਬਣ ਗਈਆਂ ਸੀਗੀਆਂ, ਕਮੇਟੀਆਂ ਪਹਿਲਾਂ ਹੀ ਬਣਾਤੀਆਂ ਸੀ। ਉਹ ਸੁਣ ਲੈ ਮੇਰਾ ਵੀਰ, ਹੁਣ ਤੂੰ ਕਮੇਟੀਆਂ ਨੂੰ ਛੱਡ ਦੇ। ਜੋ ਕਮੇਟੀਆਂ ਦਾ ਸਤਿਆਨਾਸ਼ ਹੋਇਆ ਹੈ ਅਜੇ ਤੱਕ ਸਾਰੇ ਪੰਜਾਬ ਦਾ, ਪਰ ਲੁਧਿਆਣੇ ਇਹ ਤਾਂ ਕੁਝ ਕਰ ਹੀ ਨਹੀਂ ਰਹੇ ਜੀ। ਤੁਸੀਂ ਇਹੀ ਕਮੇਟੀਆਂ ਜਿਹੜੀਆਂ ਤੁਸੀਂ ਕਹਿ ਰਹੇ ਆ, ਤੁਸੀਂ ਵੀ ਭੰਡਦੇ ਸੀ ਸਾਡੇ ਨਾਲ ਬੈਠ ਕੇ। ਇਹੀ ਪੋਲਿਊਸ਼ਨ ਕੰਟਰੋਲ ਬੋਰਡ ਆਪਣੀਆਂ ਜੇਬਾਂ 'ਚ ਪੈਸੇ ਪਾ ਕੇ ਆ ਜਾਂਦਾ। ਇਹਨਾਂ ਨੇ ਹੀ ਲੁਧਿਆਣੇ ਦੀ ਸਾਰੀ ਇੰਡਸਟਰੀ ਦਾ ਜਿੰਨਾ ਪੋਲਿਊਸ਼ਨ ਹੋਈ ਆ ਉੱਥੇ ਬੁੱਢੇ ਨਾਲੇ 'ਚ ਸਾਰਾ ਕੁਝ ਜਾ ਰਿਹਾ। 650 ਕਰੋੜ ਰੁਪਈਆ ਤੁਹਾਨੂੰ ਹੁਣ ਖਰਚਣਾ ਪੈ ਰਿਹਾ। ਕਾਹਦੇ ਲਈ ਆ? ਇਹੀ ਪੋਲਿਊਸ਼ਨ ਕੰਟਰੋਲ ਜ਼ਿੰਮੇਵਾਰ ਆ, ਜਿਨ੍ਹਾਂ ਦੀਆਂ ਕਮੇਟੀਆਂ ਬਣ ਕੇ ਹੁਣ ਇੱਥੇ ਆ ਰਹੀਆਂ। ਆਪਾਂ ਨੂੰ ਚਾਹੀਦਾ ਹੈ ਕਿ ਕਮੇਟੀਆਂ ਸੁਣ ਤੇ ਲਓ ਯਾਰ, ਮੈਂ ਤੁਹਾਨੂੰ ਥੋੜੀ ਨਿੰਦ ਰਿਹਾ, ਤੁਸੀਂ ਤੇ ਆਪਣੇ ਆਪ ਹੀ ਡਰੀ ਜਾਂਦੇ ਆ। ਮੈਂ ਤੇ ਕਹਿ ਰਿਹਾ ਕਿ ਮਾਮਲੇ ਨੂੰ ਕੱਲਾ ਉੱਥੇ ਤੂੰ ਯਾਰ ਹੁਣ ਚੁੱਪ ਕਰਕੇ ਗੱਲ ਤੇ ਖਤਮ ਹੋ ਜਾਣੀ ਸੀਗੀ। ਇਸ ਨੂੰ ਉੱਥੇ ਤੱਕ ਸੀਮਤ ਨਾ ਸਮਝੋ। ਗੱਲ ਇਹ ਵੱਡੀ ਆ, ਲੋਕਾਂ 'ਚ ਅਸੰਤੋਸ਼ ਬਹੁਤ ਆ। GT ਰੋਡ ਰੁਕੀ ਪਈ ਆ, ਹੋਰ ਸਾਰਾ ਰੁਕਿਆ ਪਿਆ। ਗਾਂ ਰੇਲਵੇ ਰੁਕਣ ਦੀਆਂ ਗੱਲਾਂ, ਗੱਲ ਸੰਗਰੂਰ ਦੇ ਵਿੱਚ 45 ਪਿੰਡਾਂ ਵਾਲੇ ਪਾਣੀ ਲਈ ਆਉਣ ਵਾਲੇ ਆ। ਮਤਲਬ ਆਪਣੇ ਗੱਲ ਖਿਸਕਦੀ ਜਦੋਂ ਨਜ਼ਰ ਆਵੇ ਤੇ ਤੁਸੀਂ ਮੇਜਰ ਰਿਵਿਊ ਕਰੋ ਵੀ ਆਪਾਂ ਕਿੱਥੇ ਗਲਤ ਜਾ ਰਹੇ ਆ। ਓਕੇ, ਥੈਂਕ ਯੂ ਵੈਰੀ ਮਚ। ਆਪਾਂ ਸੰਦੀਪ ਜੀ ਤੋਂ ਜਵਾਬ ਲੈ ਲਈਏ। ਸੰਦੀਪ ਜੀ, ਜਿਸ ਤਰੀਕੇ ਨਾਲ ਜਿਹੜਾ ਹੈਗਾ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਡਾਇਲਾਗ ਕਰਨ ਲਈ ਤਿਆਰ ਹਾਂ, ਉਹਨਾਂ ਮੁੱਦਿਆਂ ਦੇ ਉੱਤੇ ਬੈਠਣ ਲਈ ਤਿਆਰ ਹਾਂ, ਕਮੇਟੀਆਂ ਦੀ ਉਹ ਗੱਲ ਕਰਦੇ ਹੈਗੇ ਹੈ ਕਿ ਮਾਮਲਾ ਨਿਪਟਾਇਆ ਜਾਵੇ ਕਿਸ ਢੰਗ ਨਾਲ, ਪਰ ਇਸ ਮਾਮਲੇ 'ਤੇ ਫਿਰ ਕਿਉਂ ਨਹੀਂ ਸਹਿਮਤੀ ਬਣ ਰਹੀ? ਕੀ ਵਜ੍ਹਾ ਹੈਗੀ ਹੈ? ਕਿਉਂਕਿ ਇਸ ਤਰ੍ਹਾਂ ਦੀ ਵੱਡੀ ਪੱਧਰ 'ਤੇ ਬੇਭਰੋਸਗੀ ਹੈ। ਸਿੱਧੂ ਸਾਹਿਬ, ਅਸੀਂ ਪਹਿਲੇ ਦਿਨ ਮੋਰਚਾ ਜਿੱਦੇ ਸਟਾਰਟ ਕੀਤਾ ਸੀਗਾ ਤੇ ਅਸੀਂ ਮਤਲਬ ਸਾਨੂੰ ਮੋਰਚੇ ਦੀ ਇੱਕ ਰਗ ਦਾ ਪਤਾ ਹੈਗਾ। ਮੈਂ ਡਾਕਟਰ ਸਾਹਿਬ ਭੀਵਿੰਦਰ ਜੀ ਨੂੰ ਕਹੂੰਗਾ ਕਿ ਉਹ ਇੱਕ ਵਾਰੀ ਜ਼ਰੂਰ ਮੋਰਚੇ ਦੀ ਸਾਡੇ ਕੋਲੋਂ ਜਾਣਕਾਰੀ ਜ਼ਰੂਰ ਲੈ ਲੈਣ ਕਿ ਇਹਦਾ ਮਸਲਾ ਕੀ ਸੀ, ਕਿੱਥੋਂ ਸਟਾਰਟ ਹੋਇਆ ਤੇ ਕਿੱਥੋਂ ਗੱਲ ਜਿਹੜੀ ਕਿੱਥੇ ਦੇ ਤੱਕ ਵਿਗੜ ਗਈ। ਅਸੀਂ ਬਿਲਕੁਲ ਮਸਲੇ ਦੇਖੋ, ਮੇਰੀ ਗੱਲ ਸੁਣੋ, ਸਾਡੀ ਮਲਹੋਤਰੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਹੈਗੀ ਜਾਂ ਅਸੀਂ ਮਤਲਬ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹੈਗੇ। ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪਾਣੀ ਆ ਉਹਨੂੰ ਜਿਹੜਾ ਬਚਾ ਲਿਆ ਜਾਵੇ। ਜਿੰਨਾ ਖਰਾਬ ਹੋ ਗਿਆ ਉਹਦੇ ਤੇ ਜਿਹੜੇ ਬੰਦੇ ਨੇ ਕੋਈ ਮਤਲਬ ਨੁਕਸਾਨ ਕੀਤਾ ਹੈਗਾ ਉਹਨੂੰ ਸਜ਼ਾ ਜਿਹੜੀ ਉਹ ਦਿੱਤੀ ਜਾਵੇ। ਸੰਦੀਪ ਇਹ ਕਹਿੰਦੇ ਆ ਕਿ ਜਿਹੜੀ ਹੈਗੀ ਹੈ ਕਿਸਾਨ ਆ ਉਹ ਸ਼ਰਾਬ ਵਾਲੀ ਫੈਕਟਰੀ ਬੰਦ ਕਰਾਉਣ ਤੇ ਕਿਉਂ ਤੁਲੇ ਵੇ ਹੈ? ਤੁਸੀਂ ਕਹਿੰਦੇ ਹੋ ਕਿ ਸਾਡਾ ਉਹਦੇ ਨਾਲ ਜਾਤੀ ਤੌਰ ਤੇ ਕੋਈ ਝਗੜਾ ਨਹੀਂ। ਉਹ ਸਰ ਜਿਹੜਾ 15 ਸਾਲਾਂ ਦੇ ਵਿੱਚ ਨੁਕਸਾਨ ਇਲਾਕੇ ਦਾ ਜਿਹੜਾ ਕਰਤਾ, ਲੋਕ ਮਾਰਤੇ, ਪਸ਼ੂ ਮਾਰਤੇ, ਉਹ ਮਤਲਬ ਕਿ ਜਿਹੜੀ ਉਹਦੀ ਸਜ਼ਾ ਬਣਦੀ ਆ ਉਹਦੇ ਹਿਸਾਬ ਦੇ ਨਾਲ ਤਾਂ ਇਹ ਫੈਕਟਰੀ ਇਕੱਲੀ ਬੰਦ ਕੀਤੇ ਵੀ ਨਹੀਂ ਸਰਨਾ, ਇਹਨੂੰ ਨਿਲਾਮ ਕਰਨਾ ਪਊਗਾ ਲੋਕਾਂ ਦੀ ਭਰਪਾਈ ਭਰਨ ਵਾਸਤੇ। ਪਰ ਭੀਵਿੰਦਰ ਜੀ ਉਹ ਗੱਲ ਕਰ ਰਹੇ ਆ ਕਿ ਇਹਨਾਂ ਨੂੰ ਜੁਰਮਾਨਾ ਲਾ ਦਿੰਦੇ ਆ ਜੀ। ਇਸੇ ਕਰਕੇ ਹੀ ਗੱਲ ਜਿਹੜੀ ਸਿਰੇ ਨਹੀਂ ਲੱਗ ਰਹੀ। ਸੋ ਭੀਵਿੰਦਰ ਜੀ ਨੂੰ ਕਹਿਣਾ ਕਿ ਇਹ ਮਸਲੇ ਨੂੰ ਜ਼ਰੂਰ ਚੰਗੀ ਤਰ੍ਹਾਂ ਜਾਣ ਲੈਣ। ਜੇ ਤੁਹਾਡੇ ਇੱਥੇ ਇਲਾਕੇ ਦੇ ਵਿੱਚ ਪਾਰਟੀ ਨਾਲ ਸੰਬੰਧਿਤ ਉਹਨਾਂ ਤੋਂ ਜਾਣ ਲੈਣ, ਨਹੀਂ ਤਾਂ ਮੈਨੂੰ ਪਰਸਨਲ ਫੋਨ ਕਰ ਲੈਣ, ਮੈਂ ਸਮਝਾ ਦੂੰਗਾ ਸਾਰੀ ਗੱਲ ਇਹਨਾਂ ਨੂੰ। ਸੰਦੀਪ, ਇੱਕ ਸਵਾਲ ਜੋ ਮੀਡੀਆ 'ਚ ਵੀ ਆ ਰਿਹਾ ਲਗਾਤਾਰ, ਮੈਂ ਜ਼ਰੂਰ ਲੈਣਾ ਚਾਹਾਂਗਾ ਦਰਸ਼ਕਾਂ ਦੇ ਧਿਆਨ ਲਈ ਵੀ, ਕਿ ਜਦੋਂ ਆਪਾਂ 40 ਪਿੰਡਾਂ ਦੀ ਜਿਹੜੇ ਬੁਨਿਆਦੀ ਤੌਰ ਤੇ ਉਸ ਪ੍ਰੋਬਲਮ ਨਾਲ ਜੁੜੇ ਹੋਏ ਆ, ਜੂਝ ਰਹੇ ਆ, ਉਹਨਾਂ ਦੀਆਂ ਪੰਚਾਇਤਾਂ ਨੇ ਵੀ ਮਤੇ ਪਾਏ ਸੀ ਇਸ ਤੋਂ ਪਹਿਲਾਂ ਕਿ ਫੈਕਟਰੀ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਪੰਚਾਇਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਸਾਰੇ ਪਿੰਡਾਂ ਦੀ ਨੁਮਾਇੰਦਗੀ ਕਰਦੀਆਂ। ਸਿੱਧੂ ਸਾਹਿਬ, ਬਿਲਕੁਲ ਗੱਲ ਹੀ ਇੱਥੋਂ ਸ਼ੁਰੂ ਹੋਈ ਸੀ, ਪਰ ਸਰਕਾਰ ਨੇ ਇਸ ਤੇ ਕੋਈ ਮਤਲਬ ਪਹਿਲੇ ਦਿਨ ਤੋਂ ਹੀ ਜਿਹੜਾ ਚੰਗਾ ਰਵੱਈਆ ਨੂੰ ਅਪਣਾਇਆ ਹੁੰਦਾ ਤੇ ਪੰਚਾਇਤ ਤੋਂ ਵੱਡੀ ਦਾ ਮਤਲਬ ਪੰਚਾਇਤ ਤੋਂ ਹੀ ਸ਼ੁਰੂ ਹੁੰਦੀ ਹੈ ਜਿਹੜੀ, ਉਸ ਤੋਂ ਬਾਅਦ ਵਿਧਾਨ ਸਭਾ, ਲੋਕ ਸਭਾ ਜਿਹੜੀਆਂ ਬਣਦੀਆਂ। 40 ਪੰਚਾਇਤਾਂ ਦੇ ਜਿਹੜੇ ਮਤੇ ਆ ਉਹ ਫੈਕਟਰੀ ਦੇ ਖਿਲਾਫ ਪਏ ਹੋਏ ਆ। ਜਦੋਂ ਇਲਾਕੇ ਦੇ ਲੋਕ ਨਹੀਂ ਕਹਿੰਦੇ ਕਿ ਸਾਡੀ ਫੈਕਟਰੀ ਇੱਥੇ ਰਹਿਣੀ ਚਾਹੀਦੀ ਹੈ ਤੇ ਫਿਰ ਸਰਕਾਰ ਕਾਹਤੋਂ ਕਹਿੰਦੀ ਹੈ ਵੀ ਇੱਥੇ ਰਹਿਣੀ ਚਾਹੀਦੀ ਆ? 40 ਪੰਚਾਇਤਾਂ ਨੇ ਮਤੇ ਜਿਹੜੇ ਆ ਉਹ ਪਾ ਕੇ ਦਿੱਤੇ ਹੋਏ ਆ ਜੀ। ਜੇ ਹੋਰ ਵੀ ਇਹ ਮਤੇ ਚਾਹੁੰਦੇ ਨੇ ਤਾਂ ਪੰਚਾਇਤਾਂ ਮਤੇ ਪਾ ਕੇ ਦੇ ਦੇਣਗੀਆਂ। ਮਤਲਬ ਪੰਚਾਇਤਾਂ ਇਹਦੀ ਜਿਹੜੀ ਧਰਨਾ ਜਿਹੜਾ ਪੰਚਾਇਤਾਂ ਤੋਂ ਹੀ ਸਟਾਰਟ ਹੋਇਆ ਸੀਗਾ ਪਹਿਲਾਂ। ਆਪਾਂ ਜਵਾਬ ਲੈਣੇ ਆ। ਧਾਲੀਵਾਲ ਜੀ, ਇੱਕ ਮਿੰਟ ਤੁਹਾਡੇ ਤੋਂ ਵੀ ਮੈਂ ਲੈਣਾ ਚਾਹੂੰਗਾ। ਜੋ ਸੰਦੀਪ ਉਹਨਾਂ ਨੇ ਗੱਲ ਕਹੀ ਹੈ, ਉਹ ਕਹਿੰਦੇ ਫੈਕਟਰੀ ਦੇ ਪ੍ਰਦੂਸ਼ਣ ਦਾ ਇਕੱਲਾ ਮਾਮਲਾ ਨਹੀਂ, ਜਿੱਡਾ ਵੱਡਾ ਨੁਕਸਾਨ ਹੋਇਆ ਇਹ ਫੈਕਟਰੀ ਦਾ ਨਿਲਾਮ ਕਰਕੇ ਭਰਪਾਈ ਕਰਨੀ ਪਏਗੀ। ਕਿਸਾਨ ਲੱਗਦਾ ਕਿ ਇਸ ਮੁੱਦੇ ਤੇ ਸਹਿਮਤ ਨਹੀਂ ਹੋਣਗੇ ਕਿ ਸਿਰਫ ਜਿਹੜਾ ਹੈਗਾ ਪਾਣੀਆਂ ਦੇ ਸੈਂਪਲ ਲੈ ਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਪਾਣੀ ਪ੍ਰਦੂਸ਼ਣ ਵਾਲਾ ਹੈ ਜਾਂ ਨਹੀਂ ਹੈ। ਗੱਲ ਕਿਤੇ ਅੱਗੇ ਵਧੀ ਵੀ ਲੱਗਦੀ ਨਜ਼ਰ ਆ ਰਹੀ ਹੈ। ਬਿਲਕੁਲ ਸਿੱਧੂ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਹੈ ਔਰ ਮੈਂ ਜਿਹੜੇ ਕਿਸਾਨਾਂ ਦੀ ਗੱਲ ਨਾਲ ਵੀ ਸਹਿਮਤ ਹਾਂ। ਇਸ ਸਮੇਂ ਮੈਂ ਦੁਬਾਰਾ ਰਿਪੀਟ ਕਰਦਾ ਆਪਦੀ ਗੱਲ ਨੂੰ ਤੁਹਾਡੇ ਦਰਸ਼ਕਾਂ ਦੇ ਸਾਹਮਣੇ। ਸਾਡੇ ਮੁੱਖ ਮੰਤਰੀ ਸਤਿਕਾਰਯੋਗ ਭਗਵੰਤ ਸਿੰਘ ਮਾਨ ਕੈਪੇਬਲ ਨੇ। ਮੈਂ ਹਾਲਾਂਕਿ ਕੋਈ ਸਾਹਮਣੇ ਵਾਲੀ ਪਾਰਟੀ ਕਹਿੰਦੀ ਨਹੀਂ ਹੁੰਦੀ ਕਿ ਭਾਈ ਕੈਪੇਬਲ ਹੈ ਜਾਂ ਸਾਡਾ ਦਾ ਹੱਕ, ਅਸੀਂ ਤਾਂ ਉਹਨੂੰ ਕਹਿਣਾ ਕਿ ਅਨਕੈਪੇਬਲ ਹੈ ਜੀ। ਇਹ ਤਾਂ ਮੈਨੂੰ ਲੱਗਦਾ ਉਹ ਕੈਪੇਬਲ ਨੇ, ਪਰ ਉਹਨਾਂ ਕੋਲੇ ਪੂਰੀ ਪਾਵਰ ਨਹੀਂ ਹੈ। ਉਹਨਾਂ ਨੂੰ ਪੋਲੀਟੀਕਲ ਟੂਰਿਜ਼ਮ ਤੇ ਭੇਜ ਦਿੱਤਾ ਜਾਂਦਾ। ਪਿੱਛੋਂ ਦਿੱਲੀੋਂ ਆਦੇਸ਼ ਆ ਰਹੇ ਆ
ਔਰ ਜਿਹੜਾ ਇਹ ਡਾਕਟਰ ਸਾਹਿਬ ਆਣਾ ਤੁਹਾਡੇ ਵੱਲ ਇਹ ਦਿੱਲੀ ਨਾਲ ਜੁੜਿਆ ਹੋਇਆ, ਸ਼ਰਾਬ ਘਟਾਲੇ ਨਾਲ ਜੁੜਿਆ, ਇਸ ਕਰਕੇ ਆਪਦੇ ਲੋਕਾਂ ਦੀ ਆਵਾਜ਼ ਨਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਸੁਣ ਦਿੱਤੀ ਜਾ ਰਹੀ ਹੈ, ਨਾ ਕਰਨ ਦਿੱਤਾ ਜਾ ਰਿਹਾ, ਉਹਨਾਂ ਨੂੰ ਬੇਬਸ ਕੀਤਾ ਜਾ ਰਿਹਾ। ਔਰ ਜਿਹੜੇ ਆਪਣੇ ਵੱਡੇ ਵਾਤਾਵਰਣ ਪ੍ਰੇਮੀ ਹੈ ਉਹਨਾਂ ਤੇ ਵੀ ਅੰਕੁਸ਼ ਲਾਇਆ। ਮੈਂ ਤਾਂ ਕਹਿਣਾ ਲਾ ਕੇ ਮਾਰਨਾ ਆਪਦੀ ਰਾਜ ਸਭਾ ਦੀ ਜਿਹੜੀ ਮੈਂਬਰੀ ਆ, ਉਹ ਕਹਿਣਾ ਸੀ ਤਾਂ ਆਪਦੇ ਲੋਕਾਂ ਨਾਲ ਖੜਾਂਗੇ ਯਾਰ। ਆਪਾਂ ਜਵਾਬ ਲੈ ਲਈਏ ਸਮਾਂ ਵੀ ਬੜਾ ਘੱਟ ਹੈ। ਧਾਲੀਵਾਲ ਸਾਹਿਬ ਜਵਾਬ ਲੈ ਲਈਏ। ਡਾਕਟਰ ਭੀਮਿੰਦਰ, ਇਸ ਮਾਮਲੇ ਦੇ ਉੱਤੇ ਕੀ ਕਹਿਣਾ ਚਾਹੋਗੇ? ਕਿਉਂਕਿ ਆਪ ਵੱਲੋਂ ਵੀ ਕਿਹਾ ਜਾ ਰਿਹਾ ਇਹਨਾਂ ਮੁੱਦਿਆਂ ਦੇ ਅਸੀਂ ਹੱਲ ਕਰਨਾ ਚਾਹੁੰਦੇ ਹਾਂ, ਭਾਜਪਾ ਕਹਿ ਰਹੀ ਹੈ, ਕਿਸਾਨ ਕਹਿ ਰਿਹਾ ਕਿ ਇਸ ਮਸਲੇ ਦਾ ਹੱਲ ਬਹੁਤ ਵੱਡਾ ਗੰਭੀਰ ਹੈ, ਇੰਨਾ ਸੌਖਾ ਨਹੀਂ ਜਿੱਦਾਂ ਨਜ਼ਰ ਆ ਰਿਹਾ ਹੈ। ਭਾਜਪਾ ਦਾ ਕਹਿਣਾ ਕਿ ਮੁੱਖ ਮੰਤਰੀ ਹੱਲ ਕਰ ਸਕਦਾ ਪਰ ਕਰ ਨਹੀਂ ਦਿੱਤਾ ਜਾਂਦਾ। ਸਿੱਧੂ ਸਾਹਿਬ ਦੇਖੋ, ਮੋਦੀ ਸਾਹਿਬ ਨੇ ਓਡਾ ਵੱਡਾ ਤਾਂ ਮਸਲਾ ਹੈ ਨਹੀਂ ਇਹ ਜਿਹੜਾ 3 ਕਾਲੇ ਕਾਨੂੰਨਾਂ ਵਾਲਾ ਸੀਗਾ, ਉਹਨਾਂ ਨੇ ਰਾਤੋਂ ਰਾਤ ਹੱਲ ਕਰਤਾ। तो जेकर 3 काले कानून किसान वापस करवा सकते तो यह मसला भी जिहड़ा हैगा मसला हल हो सकता है। जेकर उदों भी किसान बीजेपी की सरकार नाल बैठते रहे हैं, डायलॉग करते रहे हैं, 11 दौर की जिहड़ी गलबात हुंदी रही है और उस वेले भी हुंदी रही है कि हुण क्यों नहीं किसान करना इत्थे भी आके मिले आ यार, की गल करदे तुसीं भीमिंदर जी? मिलते रहे, आके मिले आ। ਆਪਾਂ ਜਵਾਬ ਲੈ ਲਈਏ। ਦੇਖੋ ਕਿਸਾਨਾਂ ਦੇ ਨੁਮਾਇੰਦੇ ਬੈਠੇ ਆ। ਸੰਦੀਪ ਜੀ ਤੁਸੀਂ ਕਿਉਂ ਨਹੀਂ ਮਿਲਣਾ ਚਾਹੁੰਦੇ? ਆਪਾਂ ਜਵਾਬ ਲੈ ਲਈਏ। ਡਾਕਟਰ ਸਾਹਿਬ ਸੰਦੀਪ ਜੀ ਕਿਉਂ ਨਹੀਂ ਮਿਲਣਾ ਚਾਹੁੰਦੇ ਤੁਸੀਂ ਸਰਕਾਰ ਨੂੰ? ਮਤਲਬ ਜਦੋਂ ਤੋਂ ਜਵਾਬ ਲੈ ਲਈਏ 5 ਮਹੀਨੇ ਬਾਅਦ ਸਾਨੂੰ ਸੀਐਮ ਸਾਹਿਬ ਮਿਲਦੇ ਨੇ ਤੇ ਅਸੀਂ ਉਹਨਾਂ ਨੂੰ ਇੱਕ ਵਾਰੀ ਵੀ ਨਹੀਂ ਕਿਹਾ ਕਿ ਅਸੀਂ ਕੋਈ ਗੱਲਬਾਤ ਨਹੀਂ ਕਰਨੀ। ਇੱਥੇ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਮੈਡਮ ਨੇ, ਉਹਨਾਂ ਨਾਲ ਅਸੀਂ ਰੋਜ਼ ਸਾਡੀ ਰਾਬਤਾ ਜਿਹੜਾ ਉਹ ਬਣਿਆ ਰਹਿੰਦਾ। ਇੱਕ ਗੱਲ ਅਸੀਂ ਜਿਹੜੀ ਇਹਨਾਂ ਦੇ ਨਾਲ ਸਾਂਝੀ ਕਰਦੇ ਆ। ਪਰ ਨੀਲੇਂਦਰ ਜੀ ਨੂੰ ਮੈਨੂੰ ਲੱਗਦਾ ਇਸ ਮਸਲੇ ਬਾਰੇ ਜਾਣਕਾਰੀ ਜਿਹੜੀ ਟੋਟਲ ਨਹੀਂ ਹੈਗੀ। ਅਸੀਂ ਤਾਂ ਚਾਹੁੰਦੇ ਹਾਂ ਜੀ ਡਾਕਟਰ ਸਾਹਿਬ ਆਪਾਂ ਕਿਸਾਨ ਨੇਤਾ ਦੀ ਗੱਲ ਸੁਣ ਕੇ ਫੇਰ ਆਉਣਾ ਤੁਹਾਡੇ। ਜੀ ਮੈਂ ਸਿੰਧੂ ਸਾਹਿਬ ਤੁਹਾਨੂੰ ਰਿਪੀਟ ਕਰਦੇ ਆ ਕਿ ਪਹਿਲਾਂ ਤਾਂ ਇਹਨਾਂ ਨੇ ਮਤਲਬ 4-5 ਮਹੀਨੇ ਤਾਂ ਇਹ ਗੁਜਰਾਤ ਤੇ ਹਿਮਾਚਲ ਦੇ ਵਿੱਚ ਰਹੇ, ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਥੇ ਕੋਈ ਮੋਰਚਾ ਲੱਗਾ ਹੈਗਾ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸਾਨੂੰ ਕਿਹਾ ਕਿ ਸੀਐਮ ਸਾਹਿਬ ਨਾਲ ਮੀਟਿੰਗ ਕਰਨੀ ਹੈ ਤੇ ਅਸੀਂ ਮੀਟਿੰਗ ਕੀਤੀ। ਇਸ ਤੋਂ ਇਲਾਵਾ ਇਹਨਾਂ ਦੇ ਕਈ ਮੰਤਰੀਆਂ ਨੂੰ ਅਸੀਂ ਮੰਗ ਪੱਤਰ ਮੈਂ ਖੁਦ ਦੇ ਕੇ ਆਇਆ। ਜੋੜੋ ਮਾਜਰਾ ਸਾਹਿਬ ਸਾਡੇ ਨਾਲ, ਅਸੀਂ ਨਾਲ ਟਰਾਲੀਆਂ ਦੇ ਵਿੱਚ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਟਿਕਰੀ ਬਾਰਡਰ ਤੇ ਰਹੇ ਆ। ਸੰਦੀਪ ਜੀ ਜੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੁਣ ਗੱਲਬਾਤ ਕਰਨ ਲਈ ਤਿਆਰ ਹਾਂ ਤਾਂ ਕਿਸਾਨ ਗੱਲਬਾਤ ਕਰਨ ਲਈ ਕਿਉਂ ਨਹੀਂ ਅੱਗੇ ਆਉਂਦੇ? ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ, ਅਸੀਂ ਉਹਨਾਂ ਨੂੰ ਇੱਕ ਪਲ ਦੀ ਜਿਹੜੀ ਸਮੱਸਿਆ ਹੁੰਦੀ ਹੈ ਸਾਡੀ, ਉਹ ਰਾਬਤਾ ਇਹਨਾਂ ਨਾਲ ਬਣਾਈ ਰੱਖਦੇ ਆ। ਜਦੋਂ ਇਹ ਚਾਹਣ ਸਾਡੀ ਕਿਸੇ ਵੀ ਸਰਕਾਰ ਸੀਐਮ ਸਾਹਿਬ ਨਾਲ ਦੁਬਾਰਾ ਸਾਡੀ ਮੀਟਿੰਗ ਕਰਾ ਦੇਣ, ਪਰ ਜਿਹੜਾ ਮੁੱਦਾ ਹੈਗਾ ਮੇਨ ਉਹਦੇ ਤੇ ਤਾਂ ਆਇਆ ਜਾਵੇ ਨਾ ਜੀ। ਲੋਕਾਂ ਨੂੰ ਭੁਲੇਖਿਆਂ ਦੇ ਵਿੱਚ ਫਿਰ ਉਹੀ ਕਮੇਟੀਆਂ, ਜੁਰਮਾਨੇ, ਉਹਨਾਂ ਚੱਕਰਾਂ 'ਚ ਨਾ ਪਾਇਆ ਜਾਵੇ। ਸਹੀ ਜਿਹੜਾ ਨੁਕਸਾਨ ਕੀਤਾ ਹੈਗਾ ਉਹਦੀ ਜਿਹੜੀ ਭਰਪਾਈ ਹੈ, ਜਿਹੜੀ ਉਹਦੀ ਸਜ਼ਾ ਬਣਦੀ ਆ, ਉਹ ਚੀਜ਼ ਤੇ ਗੱਲ ਕੀਤੀ ਜਾਵੇ। ਲੋਕਾਂ ਨੂੰ ਉਹ ਥੈਂਕ ਯੂ ਸੰਦੀਪ ਜੀ। ਆਪਾਂ ਜਵਾਬ ਲੈ ਲਈਏ। ਡਾਕਟਰ ਸਾਹਿਬ ਸੰਖੇਪ ਦੇ ਵਿੱਚ ਕਿਸਾਨ ਵੀ ਚਾਹੁੰਦੇ ਆ ਕਿ ਮਸਲੇ ਦਾ ਹੱਲ ਹੋਵੇ, ਪਰ ਮਸਲੇ ਦਾ ਬੁਨਿਆਦੀ ਹੱਲ ਹੋਵੇ, ਲਿਪਾ ਪੋਚੀ ਵਾਲਾ ਨਾ ਹੋਵੇ। बिल्कुल बिल्कुल जो संदीप जी कह रहे ने ਉਹੀ ਹੋਏਗਾ, ਪਰ ਉਹ ਤਾਂ ਹੋਏਗਾ ਜੇਕਰ ਆਪਾਂ ਟੇਬਲ ਤੇ ਬੈਠਾਂਗੇ ਔਰ ਲੌਜੀਕ ਨਾਲ ਗੱਲ ਕਰਾਂਗੇ, ਤਰਕ ਨਾਲ ਗੱਲ ਕਰਾਂਗੇ ਤਾਂ ਦੇਖੋ ਹੋ ਜਾਏਗਾ। ਜੇ ਆਪਾਂ ਕਹਾਂਗੇ ਕਿ ਸ਼ਰਤਾਂ ਲਾ ਕੇ ਕਿ ਅਸੀਂ ਤਾਂ ਇੱਥੋਂ ਬਸ ਸਿਰਫ ਜੇ ਤੁਸੀਂ ਪਹਿਲਾਂ ਬੰਦ ਕਰਾਓ ਫਿਰ ਅਸੀਂ ਗੱਲ ਕਰਾਂਗੇ, ਇਹ ਜਿਹੜੀ ਹੈਗੀ ਆ ਕਦੇ ਵੀ ਨਹੀਂ। ਇਹ ਕੋਈ ਵੀ ਮਸਲਾ ਜਿਹੜਾ ਹੁੰਦਾ ਉਹ ਡਾਇਲੌਗ ਦੇ ਰਾਹੀਂ ਹੀ ਹੁੰਦਾ ਹੈ। ਥੈਂਕ ਯੂ ਹੁੰਦਾ ਹੈ। ਥੈਂਕ ਯੂ ਵੈਰੀ ਮਚ। ਇਹਨਾਂ ਨੇ ਜੁਰਮਾਨੇ ਦੀ ਗੱਲ ਕਹੀ ਹੈ, ਬਕਾਇਦਾ ਤੌਰ ਤੇ ਜੋ ਕਾਨੂੰਨੀ ਕਾਰਵਾਈ ਹੋਏਗੀ, ਜਿੱਥੇ ਵੀ ਤੁਹਾਡੀ ਗੱਲ ਆ ਗਈ, ਗੜਬੜਾਂ ਹੋਈਆਂ ਨੇ ਉਹ ਕਾਨੂੰਨੀ ਕਾਰਵਾਈ ਉਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਸਜ਼ਾ ਮਿਲੇਗੀ। ਤੁਹਾਡੀ ਗੱਲ ਆ ਗਈ। ਪ੍ਰੋਫੈਸਰ ਮਨਜੀਤ ਸਿੰਘ, 2 ਲਾਈਨਾਂ ਦਾ ਕਮੈਂਟ ਮੇਰੇ ਕੋਲ ਸਮੇਂ ਦੀ ਮਜਬੂਰੀ ਹੈ। ਮੈਂ ਤੇ ਇਹੀ ਆ ਕਿ ਵਕਤੋਂ ਖੁੰਝੀ ਡੂਮਣੀ ਨੱਚੇ ਤਾਲ ਬਤਾਲ, ਇਹਨਾਂ ਨੇ ਟਾਈਮ ਨੰਗਾ ਲਿਆ, ਵੇਲੇ ਸਿਰ ਇੰਟਰਵੀਨ ਕਰਦੇ। ਆਪ ਮਸਲਾ ਏਡਾ ਵੱਡਾ ਹੋਣਾ ਹੀ ਨਹੀਂ ਸੀਗਾ। ਉਹਨਾਂ ਦਾ ਫੈਕਟਰੀ ਬੰਦ ਕਰਨ ਦਾ ਨਹੀਂ ਸੀ ਸ਼ੁਰੂ ਤੋਂ, ਉਹਨਾਂ ਦਾ ਤੇ ਇਹੀ ਸੀ ਕਿ ਕੰਪਨਸੇਸ਼ਨ ਦਿੰਦੇ। ਇਹ ਤੇ ਉਲਟਾ ਸਰਕਾਰ ਨੂੰ ਜੁਰਮਾਨੇ ਹੋਣ ਲੱਗ ਪਏ, 20 ਕਰੋੜ ਹੋ ਗਿਆ ਤੇ ਹੁਣ ਤੇ ਲੋਕਾਂ ਦੇ ਕੇਸ ਬਣ ਗਏ। ਇਹ ਤੇ ਕੰਮ ਹੀ ਉਲਟੇ ਪਾਸੇ ਚੱਲ ਰਿਹਾ। ਮਿਹਰਬਾਨੀ ਧਾਲੀਵਾਲ ਸਾਹਿਬ, 2 ਲਾਈਨਾਂ ਤੁਹਾਡੇ ਤੋਂ ਮੈਂ ਜ਼ਰੂਰ ਕਮੈਂਟ, ਕਿਉਂਕਿ ਸਰਕਾਰ ਚਾਹੁੰਦੀ ਹੈ ਮਸਲੇ ਦਾ ਹੱਲ, ਕਿਸਾਨ ਕਹਿੰਦੇ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਦੇਖੋ ਜੀ, ਸਰਕਾਰ ਕੋਈ ਨਹੀਂ ਚਾਹੁੰਦੀ ਮਸਲੇ ਦਾ। ਮੈਂ ਤੁਹਾਨੂੰ ਸਪਸ਼ਟ ਦੱਸ ਦੇਣਾ, ਇਹਨਾਂ ਦੇ ਦਿੱਲੀ ਵਾਲੇ ਨਾ ਮਸਲੇ ਦਾ ਹੱਲ ਹੋਣ ਦੇਣ, ਨਾ ਉਹਨਾਂ ਨੇ ਕਰਨਾ। ਮੁੱਖ ਮੰਤਰੀ ਸਾਹਿਬ ਚਾਹੁੰਦੇ ਆ, ਪਰ ਮੁੱਖ ਮੰਤਰੀ ਸਾਹਿਬ ਦੇ ਹੱਥ 'ਚ ਕੁਝ ਨਹੀਂ। ਮੁੱਖ ਮੰਤਰੀ ਸਾਹਿਬ ਪੰਜਾਬ ਦੇ ਹੱਕ 'ਚ ਫੈਸਲਾ ਲੈ ਲੈਣ, ਚੰਗੇ ਰਹਿਣਗੇ, ਨਹੀਂ ਮਸਲਾ ਉਹਨਾਂ ਦੇ ਹੱਥ 'ਚੋਂ ਨਿਕਲ ਜਾਣਾ। ਚਲੋ ਓਕੇ, ਥੈਂਕ ਯੂ ਵੈਰੀ ਮਚ। ਡਾਕਟਰ ਭੀਮਿੰਦਰ, 2 ਲਾਈਨਾਂ, ਕਿਉਂਕਿ ਗੱਲ ਆ ਕੇ ਸਰਕਾਰ ਤੇ ਜਿਹੜੀ ਰੁਕਦੀ ਹੈ
ਕੀ ਚਾਹੁੰਦੇ ਹੋ ਕਿ ਮਸਲੇ ਦਾ ਹੱਲ ਹੋਏਗਾ, ਕੀ ਰਿਹਾ? 2 ਲਾਈਨਾਂ, ਕਿਉਂਕਿ ਸਾਰੇ ਦਰਸ਼ਕ ਤੁਹਾਨੂੰ ਸੁਣ ਰਹੇ ਆ। ਸਿੱਧੂ ਸਾਹਿਬ, ਮੈਂ ਇਹੀ ਕਹਿਣਾ ਚਾਹਣਾ, ਮਸਲੇ ਦਾ ਹੱਲ ਭਗਵੰਤ ਮਾਨ ਜੀ ਦੇ ਰਾਹੀਂ ਹੀ ਹੋਏਗਾ, ਪੰਜਾਬ ਸਰਕਾਰ ਦੇ ਰਾਹੀਂ ਹੋਏਗਾ। ਇਹਦੇ ਵਿੱਚ ਦਿੱਲੀ ਵਾਲਿਆਂ ਦੀ ਕੋਈ ਵੀ ਜਿਹੜੀ ਕੇਜਰੀਵਾਲ ਜੀ ਦੀ ਇੰਟਰਫੀਅਰੈਂਸ ਕਹਿ ਰਹੇ ਨੇ ਧਾਲੀਵਾਲ ਸਾਹਿਬ, ਉਹ ਨਹੀਂ ਹੋਏਗੀ, ਬਿਲਕੁਲ ਵੀ ਨਹੀਂ। ਇੰਡੀਪੈਂਡੈਂਟਲੀ ਫੈਸਲਾ ਹੋਏਗਾ, ਔਰ ਪਹਿਲਾਂ ਵੀ ਫੈਸਲੇ ਇੰਡੀਪੈਂਡੈਂਟਲੀ ਹੁੰਦੇ ਰਹੇ ਨੇ, ਹੁਣ ਵੀ ਮਿਹਰਬਾਨੀ। ਅਗਲੇ ਫੈਸਲੇ। ਥੈਂਕ ਯੂ ਵੈਰੀ ਮਚ। ਦਰਸ਼ਕਾਂ ਨੂੰ ਇੰਨਾ ਦੱਸ ਦਿਓ ਕੀ ਫੈਕਟਰੀ ਮਾਲਕ ਦਿੱਲੀ ਦੇ ਸ਼ਰਾਬ ਘੁਟਾਲੇ 'ਚ ਇਨਵੋਲਵ ਹੈ ਕਿ ਨਹੀਂ ਹੈ, ਇਹ ਦੱਸ ਦਿਓ ਦਰਸ਼ਕਾਂ ਨੂੰ, ਨਾਲੇ ਕਿਸਾਨਾਂ ਨੂੰ ਦੱਸ ਦਿਓ। ਚਾਹੇ ਉਹ ਜ਼ੀਰਾ ਫੈਕਟਰੀ ਦਾ, ਮਾਲਕ ਦਿੱਲੀ ਦੇ ਜਦੋਂ ਉਹ ਦਿੱਲੀ ਦੇ ਸ਼ਰਾਬ ਘੁਟਾਲੇ 'ਚ ਹੈ, ਦਿੱਲੀ ਦੇ ਇਹਨਾਂ ਨੇ ਭਾਰਤ ਰਤਨ ਸਿੱਖਿਆ ਮੰਤਰੀ ਸ਼ਰਾਬ ਘੁਟਾਲੇ 'ਚ ਹੈ, ਸਾਡੇ ਮੁੱਖ ਮੰਤਰੀ ਸਾਹਿਬ ਦੀ ਕੌਣ ਸੁਣੂਗਾ? ਓਕੇ, ਧੰਨਵਾਦ। ਆਪਾਂ ਨੂੰ ਸਮਾਂ ਜ਼ਿਆਦਾ ਨਹੀਂ ਦੇ ਰਿਹਾ, ਬਹੁਤ ਬਹੁਤ ਮਿਹਰਬਾਨੀ। ਸਾਡੀ ਪੰਜਾਬੀਆਂ ਦੀ ਕੌਣ ਸੁਣੂਗਾ? ਥੈਂਕ ਯੂ ਵੈਰੀ ਮਚ। ਉਹਨਾਂ ਦੇ ਹੱਥ 'ਚ ਫੜਾਈ ਬੈਠੇ ਆ। ਥੈਂਕ ਯੂ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਵੀ ਬੰਦਾ ਗਲਤ ਕਰੇਗਾ ਉਹਨੂੰ ਕਾਨੂੰਨ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਜ਼ੀਰਾ ਮੋਰਚਾ ਪ੍ਰਦੂਸ਼ਣ ਦੇ ਮੁੱਦੇ ਤੇ ਪੰਜਾਬ ਭਰ 'ਚ ਲੜੀ ਜਾ ਰਹੀ ਹੈ ਲੜਾਈ। ਇਹ ਗੱਲ ਕਹਿ ਕੇ ਮੈਂ ਇਜਾਜ਼ਤ ਚਾਹਾਂਗਾ ਕਿ ਸ਼ਾਇਦ ਦੇਸ਼ ਦੇ ਇਤਿਹਾਸ 'ਚ ਪਹਿਲਾ ਮੌਕਾ ਹੈ ਜਦੋਂ ਕਿਸਾਨ ਪ੍ਰਦੂਸ਼ਣ ਦੇ ਮੁੱਦੇ ਤੇ ਲੜਾਈ ਲੜ ਰਹੇ ਹੈ। ਆਉਣ ਵਾਲੇ ਦਿਨ ਦੱਸਣਗੇ ਕਿ ਕੌਣ ਰਹੇਗਾ ਕਾਮਯਾਬ ਤੇ ਕਿਸ ਤੇ ਉੱਠ ਰਿਹਾ ਸਵਾਲ। ਇਹਨਾਂ ਮੁੱਦੇ ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਤਾਂ ਹਾਂ ਹੀ, ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।